ਹਾਂਜੀ ਦੋਹਰਾ ਇੱਥੋਂ ਚੱਲਣਾ ਨਾ। ਸ਼ਾਂਤ ਪ੍ਰਕਾਸ਼ ਸਰੂਪ ਪ੍ਰਤ ਨਮੋ ਸਰਬਦਾ ਹੋਏ। ਦ੍ਰਿਸ਼ਟ ਸਥਿਤ ਲੈ ਖੋਭ ਬਿਨ ਰਾਵਸਸ ਭਾਸਕ ਸੋਏ। ਹੁਣ ਇਹ ਵੀ ਮੰਗਲ ਹੀ ਕਰ ਰਹੇ ਆ, ਪ੍ਰਭੂ ਦਾ ਉਸਤਤ ਕਰ ਰਹੇ ਆ। ਉਹ ਕਿਹੋ ਜਿਹੇ ਪ੍ਰਭੂ ਦਾ ਕਰ ਰਹੇ ਮੰਗਲ, ਸਰਗੁਣ ਦਾ ਵੀ ਕਰ ਰਹੇ, ਨਿਰਗੁਣ ਦਾ ਵੀ ਨਾਲ ਹੀ। ਹੁਣ ਨਿਰਗੁਣ ਦਾ ਕਰ ਰਹੇ, ਦੇਖੋ ਠੀਕ ਹੈ। ਮੰਗਲ ਮੰਗਲ ਕਿੰਨੇ ਪ੍ਰਕਾਰ ਦਾ ਹੁੰਦਾ ਆ? 3 ਪ੍ਰਕਾਰ ਦਾ ਹੁੰਦਾ ਨਾ ਮੰਗਲ। ਮੰਗਲ 3 ਪ੍ਰਕਾਰ ਦਾ ਹੁੰਦਾ ਆ। ਨਮਸਕਾਰਾਤਮਕ ਮੰਗਲ, ਆਸ਼ੀਰਵਾਦਾਤਮਕ ਮੰਗਲ, ਆਸ਼ੀਰਵਾਦ ਆਤਮਕ ਮੰਗਲ, ਮੰਗਲ ਹਾਂਜੀ। ਤੇ ਤੀਜਾ ਬੋਲੋ ਵਰਿੰਦਰ ਸਿੰਘ। ਮੰਗਲ ਨਮਸਕਾਰਾਤਮਕ, ਆਸ਼ੀਰਵਾਦਾਤਮਕ, ਤੇ ਹੋਰ ਕਿਹੜਾ ਹੁੰਦਾ ਆ? ਵਸਤੂ ਨਿਰਦੇਸ਼ਕ ਮੰਗਲ, ਵਸਤੂ ਨਿਰਦੇਸ਼ਕ, ਵਸਤੂ ਦਾ ਕਥਨ, ਸਮਝੇ? ਵਸਤੂ ਨਿਰਦੇਸ਼ਕ ਆਤਮਿਕ ਮੰਗਲ, वस्तु निर्देशात्मक, ऐसे लिख लो। वस्तु निर्देशात्मक, नमस्कार आत्मक, आशीर्वादात्मक, ते वस्तु निर्देश आत्मिक। आत्मक नहीं लिखना, आत्मिक। आत्मिक शब्दों का ख्याल रखा करो। हाँ जी, अर्थ तो सीधा ही है, नमस्कार करना, आशीर्वाद मंगना। ਤੇ ਵਸਤੂ ਦਾ ਅਰਥ ਹੈ ਵਾਸਤਵਿਕ, ਜਿਹੜਾ ਨਿਰਗੁਣ ਸਰੂਪ ਦਾ ਕਥਨ ਕਰਨਾ, ਜਾਂ ਸਰਗੁਣ ਦਾ ਵੀ ਕਰਨਾ, ਭਾਵ ਉਸ ਦੇ ਸਰੂਪ ਦਾ ਕਥਨ ਕਰਨਾ। ਸਰਗੁਣ ਹੋਵੇ ਜਾਂ ਨਿਰਗੁਣ ਹੋਵੇ, ਸਰੂਪ ਕਥਨ ਕਰਨਾ, ਸਮਝ ਗਏ? ਵਸਤੂ ਦਾ ਅਰਥ ਹੈ ਸਰੂਪ, ਜਾਂ ਵਸਤੂ ਦਾ ਅਰਥ ਹੈ ਵਿਸ਼ੇ, ਸਮਝ ਗਏ? ਵਸਤੂ ਦਾ ਅਰਥ ਕੀ ਹੈ? ਵਿਸ਼ੇ। ਜੇ ਆਪਾਂ ਪਰਮਾਤਮਾ ਨੂੰ ਵਿਸ਼ੇ ਕਰ ਰਹੇ ਹਾਂ ਤੇ ਉਹਨਾਂ ਦਾ ਸਰੂਪ ਕਹਿਣਾ। ਜੇ ਆਪਾਂ ਹੋਰ ਕਿਸੇ ਚੀਜ਼ ਨੂੰ ਕਹਿ ਰਹੇ ਤੇ ਕਿਸੇ ਨੂੰ ਵੀ ਕਹਿ ਰਹੇ ਉਹਨੂੰ ਉਹਦਾ ਕਥਨ ਕਰਨਾ, ਸਰੂਪ ਦਾ। ਇਹ ਵਸਤੂ, ਹਾਂ, ਇਹ ਵਸਤੂ ਦਾ ਨਿਰਦੇਸ਼ ਹੋ ਰਿਹਾ, ਜਿਹੜਾ ਹੁਣ ਆ ਰਿਹਾ ਨਾ, ਵਸਤੂ ਦਾ ਨਿਰਦੇਸ਼ ਹੋ ਰਿਹਾ। ਕੱਲ ਵੀ ਅੱਜ ਵੀ ਵਸਤੂ ਦਾ ਨਿਰਦੇਸ਼ ਹੋ ਰਿਹਾ। ਹਾਂ, ਸ਼ਾਂਤ ਪ੍ਰਕਾਸ਼ ਸਰੂਪ ਪ੍ਰਤ, ਇਹ ਨਮਸਕਾਰ ਵੀ ਹੈ। ਨਮਸਕਾਰ ਹੈ, ਇਹ ਹੈ ਨਮਸਕਾਰ। ਇਹ ਵਸਤੂ ਨਿਰਦੇਸ਼ ਨਹੀਂ ਹੈ। ਇਹ ਜਿਹੜਾ ਮੰਗਲ ਹੈ ਇਹ ਨਮਸਕਾਰ ਹੈ। ਨਮੋ ਹੈ ਨਾ, ਨਮੋ ਭਾਵ ਨਮਸਕਾਰਾਤਮਕ। ਕਿਹਨੂੰ ਨਮਸਕਾਰ ਕਰ ਰਿਹਾ? ਵਸਤੂ ਵੀ ਆ ਜਾਏਗੀ ਵਿੱਚ, ਸਮਝ ਗਏ? ਵਸਤੂ ਦਾ ਵਿੱਚ ਸਰੂਪ ਆ ਜਾਏਗਾ ਨਾ। ਕਿਹਨੂੰ ਨਮਸਕਾਰ ਕਰ ਰਿਹਾ? ਸ਼ਾਂਤ ਪ੍ਰਕਾਸ਼ ਸਰੂਪ, ਜਿਹੜਾ ਸ਼ਾਂਤ ਹੈ, ਜਿਹੜਾ ਪ੍ਰਕਾਸ਼ ਹੈ, ਸਰੂਪ, ਇਹਦਾ ਸਰੂਪ ਸ਼ਾਂਤ ਹੈ ਔਰ ਪ੍ਰਕਾਸ਼ ਹੈ। ਸ਼ਾਂਤ ਦਾ ਮਤਲਬ ਕੀ ਹੈ? ਸ਼ਾਂਤ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਲਪਨਾ ਨਹੀਂ ਹੈ, ਸਮਝ ਗਏ? ਸ਼ਾਂਤ ਕਦੋਂ ਕਿਹਾ ਜਾਂਦਾ ਹੈ? ਕੋਈ ਕਲਪਨਾ ਨਾ ਹੋਵੇ। ਉਸ ਪਰਮਾਤਮਾ ਦੇ ਸਰੂਪ ਚ ਕਿਸ ਚੀਜ਼ ਦੀ ਕਲਪਨਾ ਹੈ? ਜਗਤ ਦੀ, ਪ੍ਰਪੰਚ ਦੀ, ਸਮਝ ਗਏ? ਪ੍ਰਪੰਚ ਰਹਿਤ। ਤੇ ਆਪੇ ਸ਼ਾਂਤ ਦਾ ਮਤਲਬ ਪ੍ਰਪੰਚ ਰਹਿਤ ਕੌਣ ਹੋ ਗਿਆ? ਨਿਰਗੁਣ ਹੋ ਗਿਆ, ਠੀਕ ਹੈ? ਪ੍ਰਪੰਚ ਰਹਿਤ ਹੋ ਗਿਆ, ਨਿਰਗੁਣ ਹੋ ਗਿਆ। ਪ੍ਰਪੰਚ ਸਹਿਤ ਹੋਏਗਾ ਤੇ ਸਗੁਣ ਹੋ ਜਾਏਗਾ। ਪਰ ਫਿਰ ਵੀ ਉਹਦੇ ਵਿੱਚ ਪ੍ਰਪੰਚ ਦੀ ਕਲਪਨਾ ਹੁੰਦੇ ਹੋਏ ਵੀ ਉਹ ਸ਼ਾਂਤ ਹੈ, ਠੀਕ ਹੈ? ਪ੍ਰਪੰਚ ਦਾ ਉਹਦੇ ਨਾਲ ਕੋਈ, ਉਹ ਪ੍ਰਪੰਚ ਤੋਂ ਨਿਰਲੇਪ ਹੈ ਨਾ, ਸ਼ਾਂਤ ਹੈ, ਕੋਈ ਕਿਸੇ ਪ੍ਰਕਾਰ ਦੀ ਹਿਲਜੁਲ ਨਹੀਂ ਹੈ, ਠੀਕ ਹੈ? ਪ੍ਰਕਾਸ਼, ਪ੍ਰਕਾਸ਼ ਦਾ ਅਰਥ ਕੀ ਹੈ? ਚੇਤਨ, ਸਮਝ ਗਏ? ਪ੍ਰਕਾਸ਼ ਦਾ ਅਰਥ ਕੀ ਹੈ? ਚੇਤਨ। ਪ੍ਰਕਾਸ਼ ਤੇ ਪ੍ਰਕਾਸ਼ਕ ਦੋ ਸ਼ਬਦ ਹੈ ਕਿ ਨਹੀਂ? ਪ੍ਰਕਾਸ਼ ਤੇ ਪ੍ਰਕਾਸ਼ਕ। ਜਿਹੜਾ ਪ੍ਰਕਾਸ਼ ਹੋਏਗਾ ਉਹ ਹੀ ਪ੍ਰਕਾਸ਼ਕ ਹੋਏਗਾ, ਸਮਝ ਗਏ? ਪ੍ਰਕਾਸ਼ ਹੀ ਪ੍ਰਕਾਸ਼ਕ ਬਣੇਗਾ ਨਾ। ਕਿਸ ਪ੍ਰਕਾਸ਼ ਕਰਨ ਵਾਲੇ ਨੂੰ ਕਹਿੰਦੇ ਆ? ਪ੍ਰਕਾਸ਼ਕ। ਤੇ ਪ੍ਰਕਾਸ਼ ਉਹ ਪ੍ਰਕਾਸ਼ ਸਰੂਪ ਹੈ, ਪਰ ਵਿਵਹਾਰਕ ਜਗਤ ਦਾ ਕੀ ਹੈ? ਪ੍ਰਕਾਸ਼ਕ। ਜਗਤ ਦਾ ਕੀ ਹੈ? ਵਿਵਹਾਰ ਵੀ ਛੱਡੋ। ਪ੍ਰਪੰਚ ਦਾ ਉਹ ਕੀ ਹੈ? ਪ੍ਰਕਾਸ਼ਕ। ਆਪ ਕੌਣ ਹੈ? ਉਹ ਪ੍ਰਕਾਸ਼,
ਸਮਝ ਗਏ ਫਰਕ ਹੈ ਨਾ। ਭਾਵੇਂ ਕਿ ਪ੍ਰਕਾਸ਼ਕ ਔਰ ਪ੍ਰਕਾਸ਼ ਚ ਉਹਨੂੰ ਦੇਖੀਏ ਸਰੂਪ ਨੂੰ, ਫਿਰ ਕੋਈ ਅੰਤਰ ਨਹੀਂ, ਪਰ ਸਮਝਣ ਚ ਦੇਖੋ ਵੀ ਉਹਨੂੰ ਪ੍ਰਕਾਸ਼ਕ ਦਾ ਨਾਂ ਕਿਉਂ ਪਿਆ। ਕੋਈ ਪ੍ਰਕਾश्य ਵਸਤੂ ਹੈ, ਦ੍ਰਿश्य ਵਸਤੂ ਹੈ, ਤਾਂ ਕਰਕੇ ਦ੍ਰਸ਼ਟਾ ਹੈ। यदि दृश्य ना होवे तो फिर दृष्टा ना ही नहीं पेगा ना, ਉਹਦਾ ਨਾਂ ਤੇ ਹੈ ਹੀ ਕੋਈ ਨਹੀਂ। ਸਮਝ ਗਏ, ਨਾਮ ਰੂਪ ਰਹਿਤ ਹੈ। ਇਹ ਨਾਮ ਕਿਉਂ ਪਏ ਜਾ ਰਹੇ, ਨਾਮ ਕਿਉਂ ਦੱਸੇ ਜਾ ਰਹੇ ਆ ਪ੍ਰਪੰਚ ਨੂੰ ਦੇਖ ਕਰਕੇ। ਵੈਸੇ ਉਹਨੂੰ ਸ਼ਾਂਤ ਵੀ ਕਹਿਣਾ ਨਹੀਂ ਬਣਦਾ। ਪਿੱਛੇ ਪੜ੍ਹਾ ਹੈ ਨਾ ਆਪਾਂ ਸਾਰਾ ਅਧਿਆਤਮ ਪ੍ਰਕਾਸ਼ ਚ, ਸ਼ਬਦਾਂ ਦਾ ਵਿਸ਼ੇ ਨਹੀਂ ਹੈ, ਸ਼ਬਦਾਂ ਦੀ ਕਲਪਨਾ ਉਹਦੇ ਵਾਸਤੇ ਹੈ ਨਹੀਂ ਹੈ, ਪਰ ਇੱਕ ਸਮਝਣ ਦੀ ਸਮਝਾਉਣ ਦੀ ਜਿਹੜੀ ਪੱਧਤੀ ਹੈ ਨਾ, ਇਹ ਹੈ ਪ੍ਰਕਾਸ਼ ਔਰ ਪ੍ਰਕਾਸ਼ਕ। ਤਾਂ ਕਰਕੇ ਉਹਦਾ ਨਾਮ ਪ੍ਰਕਾਸ਼ਕ ਹੈ, ਕਿਉਂਕਿ ਕੋਈ ਪ੍ਰਕਾश्य ਵਸਤੂ ਹੈ। ਪ੍ਰਕਾਸ਼ ਦਾ ਅਰਥ ਸਮਝਦੇ ਆ? ਹਾਂਜੀ, 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 ਹਾਂਜੀ। ਇਹ ਦ੍ਰਿਸ਼ ਪ੍ਰਕਾਸ਼ ਦਾ ਮਤਲਬ ਹੁੰਦਾ ਵਾ ਦ੍ਰਿਸ਼, ਪ੍ਰਕਾਸ਼ ਕਰਨੇ ਯੋਗ ਵਸਤੂ ਹੈ, ਯਾਨੀ ਉਹ ਸ਼ਾਂਤ ਹੈ, ਪ੍ਰਕਾਸ਼ ਸਰੂਪ ਹੈ। ਐਸੇ ਸਰੂਪ ਦੇ ਪ੍ਰਤੀ ਨਮੋ, ਨਮਸਕਾਰ ਹੈ। ਕਵੀ ਜੀ ਮਹਾਰਾਜ ਕਹਿੰਦੇ ਮੇਰੀ ਐਸੇ ਸਰੂਪ ਦੇ ਪ੍ਰਤੀ ਨਮਸਕਾਰ ਹੈ। ਔਰ ਕਹਿੰਦੇ ਸਰਬਦਾ, ਇੱਕ ਇਹ ਵੀ ਨਾਲ ਹੋਰ ਵਿਸ਼ੇਸ਼ਣ ਦੱਸ ਦਿੱਤਾ ਵੀ ਉਹ ਸ਼ਾਂਤ ਹੈ, ਪ੍ਰਕਾਸ਼ ਸਰੂਪ ਹੈ, ਪਰ ਇਹ ਨਹੀਂ ਵੀ ਅੱਜ ਸ਼ਾਂਤ ਹੈ ਕੱਲ ਨੂੰ ਹਿਲ ਜਾਏਗਾ। ਸਮਝ ਗਏ, ਕੱਲ ਨੂੰ ਅੱਜ ਕੋਈ ਕਲਪਨਾ ਆ ਜਾਏਗੀ। ਸਰਬਦਾ ਇਹ ਨਹੀਂ ਵੀ ਅੱਜ ਪ੍ਰਕਾਸ਼ ਕਰ ਰਿਹਾ ਦੀਵੇ ਨੂੰ ਕੱਲ ਨੂੰ ਹਟ ਜਾਏਗਾ। ਚੰਦਰਮਾ ਅੱਜ ਦਿਖ ਰਿਹਾ ਤੇ ਮੱਸਿਆ ਵਾਲੇ ਦਿਨ ਨਹੀਂ ਦਿਖਦਾ ਨਾ, ਐਸਾ ਪ੍ਰਕਾਸ਼ ਨਹੀਂ ਹੈ, ਅਲੁਪਤ ਪ੍ਰਕਾਸ਼। ਸਮਝ ਗਏ, ਉਹ ਕਿਹੋ ਜਿਹਾ ਪ੍ਰਕਾਸ਼ ਹੈ? ਅਲੁਪਤ ਪ੍ਰਕਾਸ਼। ਅਲੁਪਤ ਦਾ ਮਤਲਬ ਹੁੰਦਾ ਜਿਹੜਾ ਕਦੀ ਵਿਲੋਪ ਨਹੀਂ ਹੁੰਦਾ, ਅਲੁਪਤ ਪ੍ਰਕਾਸ਼। ਹਾਂ, ਆਚਾਰੀਆ ਕਾਸ਼ੀ ਦੇ ਵਿਦਵਾਨ ਲੋਕ ਉਹਨੂੰ ਬੋਲਦੇ ਅਲੁਪਤ ਪ੍ਰਕਾਸ਼। ਸਮਝ ਗਏ, ਹਾਂਜੀ, ਲੋਪ ਰਹਿਤ, ਲੋਪ ਰਹਿਤ ਭਾਵ ਉਸਦਾ ਲੋਪ ਨਹੀਂ ਹੁੰਦਾ ਕਦੀ। ਉਹ ਐਸਾ ਪ੍ਰਕਾਸ਼ ਹੈ ਵੀ ਉਸ ਪ੍ਰਕਾਸ਼ ਦਾ ਕਦੀ ਅਭਾਵ ਨਹੀਂ ਹੁੰਦਾ, ਲੋਪ ਨਹੀਂ ਹੁੰਦਾ। ਸਰਬਦਾ ਜਦੋਂ ਕਹਿਤਾ, ਸਰਬਦਾ ਸਦਾ ਵਾਸਤੇ, ਜਾਂ ਫਿਰ ਸਰਬਦਾ ਦਾ ਅਰਥ ਹੈ ਸਾਰਿਆਂ ਦਾ। ਹਾਂਜੀ, 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 ਇਹ ਪਰ ਪ੍ਰਸੰਗ ਨੂੰ ਦੇਖ ਕੇ ਅਰਥ ਲੱਗਦਾ ਨਾ। ਨਹੀਂ ਨਹੀਂ, ਮਤਲਬ ਮੈਂ ਕਹਿੰਦਾ ਮਤਲਬ ਲੋਕ ਦਾ ਮਤਲਬ ਕੀ ਹੋਣਾ, ਤੁਸੀਂ ਦੱਸ ਥੋੜਾ ਜਿਹਾ। ਲੋਕ ਦਾ ਕੱਲਾ ਲੱਲੇ ਜਿਹੜਾ ਤੁਸੀਂ ਦੱਸੋ, ਲੋਪ ਸੰਗਿਆ ਕਿਹਦੀ ਹੁੰਦੀ ਹੈ? ਇਹ ਬਾਰੇ ਪੜਿਆ ਸੂਤਰ ਕਿ ਨਹੀਂ? ਲੋਪ ਸੰਗਿਆ ਕਿਹਦੀ ਹੁੰਦੀ ਹੈ? ਨਹੀਂ ਬਾਰੇ ਸਾਈਡ ਪੜਦਾ ਇੱਕ ਤੁਸੀਂ ਪੜਿਆ, ਜਾਪ ਕੀਤਾ ਅਦਰਸ਼ਨਮ ਲੋਪਾ, ਅਦਰਸ਼ਨਮ ਲੋਪਾ ਅਰਥ ਨਹੀਂ ਕੀਤੇ? ਹਾਂ ਅਮਰਿੰਦਰ ਸਿੰਘ, ਅਦਰਸ਼ਨਮ ਲੋਪਾ, ਹਾਂਜੀ ਮਾਰੇ ਲੋਪ ਸੰਗਿਆ ਕਿਹਦੀ ਹੁੰਦੀ ਹੈ? ਇੱਕ ਮਿੰਟ, ਇੱਕ ਮਿੰਟ, ਤੁਸੀਂ ਬਾਬਾ ਟਕਸਾਲ ਜੀ ਰੁਕ ਜਾਓ ਇੱਕ ਮਿੰਟ। ਹਾਂਜੀ, ਵਰਿੰਦਰ ਸਿੰਘ, ਹਾਂਜੀ ਹਾਂਜੀ ਮਾਰੇ ਅਲੋਪ ਸੰਗਿਆ ਕਿਹਦੀ ਹੁੰਦੀ ਆ? ਤੇ ਲੋਕ ਮਹਾਰਾਜ ਜੀ ਜਿੱਥੇ ਆਦਾ ਉਹ ਤੇ ਹਲੰਤਿਅਮ ਤੇ ਨਹੀਂ ਮੈਂ ਪੜਿਆ ਵੈਸੇ, ਹਲੰਤਿਅਮ ਪੜਿਆ, ਦਰਸ਼ਨਮ ਨਹੀਂ ਪੜਿਆ ਮੈਂ। ਅੱਛਾ, ਅੱਛਾ, ਠੀਕ ਹੈ। ਲੋਪ ਸੰਗਿਆ, ਅਦਰਸ਼ਨਮ ਦੀ ਲੋਪ ਸੰਗਿਆ, ਅਦਰਸ਼ਨ ਦੀ ਲੋਪ ਸੰਗਿਆ। ਲੋਕ ਸੰਗਿਆ, ਅਦਰਸ਼ਨ ਜਿਹੜਾ ਨਾ ਦਿਖਦਾ ਹੋਵੇ। ਸਮਝ ਗਏ, ਹਾਂਜੀ ਹਾਂਜੀ, ਅਦਰਸ਼ਨ, ਅਦਰਸ਼ਨਮ ਲੋਪਾ। ਸਮਝ ਗਏ, ਅਦਰਸ਼ਨ ਦੀ ਹੁੰਦੀ ਆ ਲੋਪ ਸੰਗਿਆ। ਉਹ ਇੱਕ ਮਹਾਰਾਜ ਭਾਸ਼ਾ ਦਾ ਅੰਤਰ ਹੈ, ਆਪਾਂ ਪੰਜਾਬੀ ਚ ਕਹਿ ਦਿੰਦੇ ਅਲੋਪ। ਸਮਝ ਗਏ, ਹਾਂਜੀ ਠੀਕ ਹੈ ਮਹਾਰਾਜ, ਹੈ ਅਰਥ ਉਹਦਾ ਇਹੋ ਹੀ ਲੋਪ ਹੋ ਜਾਣਾ। ਹਾਂਜੀ ਹਾਂਜੀ ਹਾਂਜੀ। ਇੱਥੇ ਜਿਹੜਾ ਅਲੁਪਤ ਦਾ ਅਰਥ ਆ, ਨਾ ਲੁਪਤਾ ਚ ਲੁਪਤਾ ਨਇਆ ਸਮਾਸ। ਸਮਝ ਗਏ, ਨਾਵਾਚਕ ਸ਼ਬਦ ਹੈ, ਆ ਜੋ ਹੈ ਉਹ ਨਾਵਾਚਕ ਸ਼ਬਦ ਹੈ ਇੱਥੇ, ਵੀ ਉਹਦਾ ਲੁਪਤ ਨਹੀਂ ਹੁੰਦਾ। ਸਮਝ ਗਏ, ਅਲੁਪਤ ਹੈ, ਉਹ ਲੋਪ ਰਹਿਤ ਹੈ, ਅਭਾਵ ਰਹਿਤ ਹੈ। ਸਰਬਦਾ, ਠੀਕ ਹੈ। ਸਰਬਦਾ ਦਾ ਅਰਥ ਇਹ ਵੀ ਹੈ, ਤੇ ਸਰਬਦਾ ਦਾ ਅਰਥ ਇਹ ਵੀ ਹੈ ਵੀ ਸਦਾ ਵਾਸਤੇ, ਨਿਤ ਪ੍ਰਕਾਸ਼ ਸਰੂਪ ਹੈ। ਨਿਤ ਸਰਬਦਾ ਅਰਥ ਉਹੀ ਹੈ ਘੁੰਮ ਕੇ, ਸਦਾ ਵਾਸਤੇ, ਸਦਾ ਭਾਵ ਤਿੰਨਾਂ ਸਮਿਆਂ ਚ।
ਨਿਤ ਸਰੂਪ ਤੇ ਹੈ ਇਹੋ ਹੀ ਆ। ਇਹਦੇ ਤੋਂ ਅਰਥ ਜਿੰਨਾ ਮਰਜ਼ੀ ਕਰ ਲਓ ਭਾਵੇਂ। ਜਦੋਂ ਸਰਬਦਾ ਕਿਹਾ ਤੇ ਫਿਰ ਤਿੰਨਾਂ ਕਾਲਾਂ ਨੂੰ ਫਿਰ ਗਿਣਨਾ ਪੈਣਾ ਆ। ਉਹ ਸਤ ਸਰੂਪ ਹੈ, ਪਰੀ ਕਾਲਾਬਾਦ ਹੈ, ਠੀਕ ਹੈ। ਅਰਥ ਜਿੰਨਾ ਮਰਜ਼ੀ ਵਧਾ ਲਓ, ਸਿਰਫ ਸਮਝਣ ਦੀ ਗੱਲ ਆ। ਤੇ ਫਿਰ ਹੋਰ ਕਿਹੋ ਜਿਹਾ ਆ ਉਹ? ਸ੍ਰਿਸ਼ਟੀ ਸਥਿਤੀ ਲਏ, ਤਿੰਨ ਚੀਜ਼ਾਂ ਜਿਹੜੀਆਂ ਇਹ ਉਹਦੇ ਅਧੀਨ ਹੈ। ਸ੍ਰਿਸ਼ਟੀ ਵੀ ਭਾਵ ਸ੍ਰਿਸ਼ਟੀ ਦਾ ਕਰਨਾ, ਤੇ ਸ੍ਰਿਸ਼ਟੀ ਦੀ ਸਥਿਤੀ ਤੇ ਸ੍ਰਿਸ਼ਟੀ ਦੀ ਲਏ, ਸ੍ਰਿਸ਼ਟੀ ਨੂੰ ਲਏ ਕਰਨਾ, ਇਹ ਵੀ ਉਹਦਾ ਹੀ ਆਪਣੀ ਆ, ਉਹਦਾ ਆਪਣਾ ਹੀ ਸਰੂਪ ਹੈ। ਉਹਦੀ ਹਾਂਜੀ ਹਾਂਜੀ, ਉਤਪਤੀ ਸਥਿਤੀ ਤੇ ਲਏ ਸੰਘਾਰ। ਹਾਂ, ਲय ਦਾ ਅਰਥ ਹਾਂ, ਸ੍ਰਿਸ਼ਟੀ ਦਾ ਅਰਥ ਉਤਪਤੀ ਹੈ। ਉਤਪਤੀ ਸਥਿਤੀ ਤੇ ਲय, ਸੰਘਾਰ ਕਰਨਾ, ਟਕਾਏ ਰੱਖਣਾ, ਪਾਲਣ ਕਰਨਾ, ਠੀਕ ਹੈ। ਉਤਪਤੀ ਕਰਨਾ, ਸ੍ਰਿਸ਼ਟੀ ਸਥਿਤੀ ਮਤਲਬ ਪਾਲਣ ਕਰਨਾ, ਤੇ ਲय ਮਤਲਬ ਸੰਘਾਰ ਕਰਨਾ, ਠੀਕ ਹੈ। ਹਾਂ, ਤੇ ਸ਼ੋਭ ਦੇਣਾ, ਜਿਹੜੀ ਇਹ ਚੀਜ਼ਾਂ ਤਿੰਨੇ ਆ ਨਾ, ਉਤਪਤੀ ਸਥਿਤੀ ਤੇ ਲय, ਠੀਕ ਹੈ, ਇਹ ਉਹਦੇ ਵਿੱਚ ਨਹੀਂ ਹੈਗੀਆਂ, ਸਮਝ ਗਏ। ਇਹਨਾਂ ਤੋਂ ਰਹਿਤ ਹੈ ਉਹ। ਇੱਕ ਛੋਭ ਹੈ ਨਾ, ਛੋਭ ਦਾ ਮਤਲਬ ਹੁੰਦਾ ਹਲਚਲ। ਉਤਪਤੀ ਵੀ ਹਲਚਲ ਹੈ, ਸਥਿਤੀ ਵੀ ਹਲਚਲ ਹੈ, ਤੇ ਸੰਘਾਰ ਵੀ ਹਲਚਲ ਹੈ। ਛੋਭ ਹੁੰਦਾ ਨਾ ਹਿੱਲਣਾ, ਭਾਵ ਕੋਈ ਉਹਦੀ ਤਬਦੀਲੀ ਆਉਣਾ, ਇਹਨਾਂ ਤੋਂ ਰਹਿਤ ਹੈ। ਨਾ ਉਤਪਤੀ, ਨਾ ਸਥਿਤੀ, ਤੇ ਨਾ ਲय, ਭਾਵ ਇਹਨਾਂ ਤਿੰਨਾਂ ਤੋਂ ਰਹਿਤ ਹੈ। ਨਾ ਉਹਦੀ ਉਤਪਤੀ ਹੈ, ਨਾ ਉਹਦੀ ਸਥਿਤੀ ਹੈ, ਨਾ ਉਹਦੀ ਲय। ਇਹ ਚੀਜ਼ ਭਾਵ ਉਹਦੇ ਵਿੱਚ ਨਹੀਂ ਹੈ। ਭਾਵ ਜਿਹੜੀ ਉਤਪਤੀ ਸਥਿਤੀ ਲय ਆ ਹੈ, ਇਹਦਾ ਅਧਿਸ਼ਠਾਨ ਵੀ ਉਹੀ ਹੈ, ਪਰ ਉਹਦੇ ਉੱਤੇ ਇਹਦਾ ਕੋਈ ਪ੍ਰਭਾਵ ਨਹੀਂ ਹੈ, ਠੀਕ ਹੈ। ਇਹਨਾਂ ਤੋਂ ਰਹਿਤ ਹੈ। ਰਾਵ ਸਸ ਸ਼ੋਭ ਹੋਣਾ, ਸ਼ੋਭ ਦਾ ਮਤਲਬ ਹੁੰਦਾ ਆ ਕੋਈ ਜਿਵੇਂ ਆਪਣੇ ਅੰਦਰ, ਜਿਵੇਂ ਕਹਿੰਦੇ ਆ ਮੇਰਾ ਜਿਹੜਾ ਮਨ ਹੈ ਨਾ ਦੁਖੀ ਹੋ ਗਿਆ, ਹਿੱਲ ਗਿਆ, ਸਮਝੇ। ਸ਼ੋਭ ਦਾ ਮਤਲਬ ਇਹ ਹੁੰਦਾ ਹੈ ਮਨ ਦੇ ਵਿੱਚ ਹਿੱਲ ਚਲੋ ਹੁਣ, ਸਮਝ ਗਏ। ਦੁਖੀ ਹੋਣਾ ਜੀ, ਹਾਂ, ਦੁਖੀ ਹੋਣਾ, ਸ਼ੋਭ ਇਹਨੂੰ ਕਹਿੰਦੇ। ਸ਼ੋਭ ਦਾ ਹੈ ਮਹਾਰਾਜ, ਆਪੇ ਵੀ ਨਹੀਂ ਹਿੱਲਣਾ ਨਹੀਂ ਬਣਦਾ ਮਹਾਰਾਜ ਜੀ। ਦੁੱਧ ਵੀ ਆ। ਹਾਂ, ਹੁਣ ਸਮਝਣ ਵਾਸਤੇ ਤੇ ਇਹੋ ਹੀ ਕਹਿਣਾ ਹੀ ਪਏਗਾ ਨਾ। ਸ਼ੋਭ ਦਾ ਅਰਥ ਇਹੋ ਹੀ ਹੁੰਦਾ ਵਾ, ਮਨ ਦੇ ਵਿੱਚ ਉਦਵਿਗਨ ਹੋਣਾ, ਹਿੱਲ ਜਾਣਾ, ਦੁਖੀ ਹੋ ਜਾਣਾ। ਰੱਖਿਓ ਸ਼ੋਭ ਹੀ ਆ, ਇੱਕ ਹੀ ਆ ਸ਼ਬਦ ਜਿਹੜਾ ਹੈ ਸੰਸਕ੍ਰਿਤ ਦਾ क्षोभ ਹੈ। ਸ਼ੋਭ ਪੰਜਾਬੀ ਜਿਹੜਾ ਲਿਖਿਆ ਉਸ ਤਰ੍ਹਾਂ ਉਹਨੂੰ ਕਿ क्षोभ ਹੋਣਾ, क्षोभ ਹਿੱਲਣਾ, ਹਿਲਜੁਲ ਹੋਣੀ। ਰਵ ਸਸ ਭਾਸਕ ਸੋਏ, ਹੋਰ ਕਿਹੋ ਜਿਹਾ ਵਾ? ਉਹ ਰਵ ਤੇ ਸਸ ਦਾ ਭਾਸਕ ਹੈ। ਰਵ ਸੂਰਜ ਤੇ ਸਸ ਚੰਦਰਮਾ ਦਾ ਕੀ ਹੈ? ਉਹ ਭਾਸਕ। ਨਮੋ ਸੂਰਜ ਸੂਰਜੇ, ਨਮੋ ਚੰਦਰ। ਇਹਨਾਂ ਦਾ ਭਾਸਕ ਭਾਵ ਇਹਨਾਂ ਦਾ ਪ੍ਰਕਾਸ਼ਕ ਹੈ ਉਹ, ਠੀਕ ਹੈ। ਇਹ ਜਗਤ ਦਾ ਪ੍ਰਕਾਸ਼ ਕਰਦੇ, ਜਗਤ ਦੇ ਪਦਾਰਥਾਂ ਦਾ, ਉਹ ਇਹਨਾਂ ਦਾ ਪ੍ਰਕਾਸ਼ਕ ਹੈ। ਇਹ ਉਹਦੇ ਪ੍ਰਕਾਸ਼ ਸਰੂਪ ਦਾ ਹੀ ਵਰਣਨ ਕੀਤਾ। ਉੱਤੇ ਲਿਖਿਆ ਸੀ ਨਾ ਪ੍ਰਕਾਸ਼, ਕਿਹੋ ਜਿਹਾ ਪ੍ਰਕਾਸ਼। ਉੱਤੇ ਜਿਹੜਾ ਪ੍ਰਕਾਸ਼ ਸਰੂਪ ਕਿਹਾ ਸੀ ਨਾ, ਉਹਨੂੰ ਖੋਲਿਆ ਆ ਕਿ ਰਵ ਤੇ ਸਸ ਦਾ ਵੀ ਪ੍ਰਕਾਸ਼, ਠੀਕ। ਹਾਂਜੀ ਹਾਂਜੀ, ਬਿਲਕੁਲ ਸਹੀ ਹੈ। ਜਿਹੜਾ ਮਹਾਰਾਜ ਆ ਹੁੰਦੇ ਆ ਕਿ ਜਿਹੜੀ ਮਤਲਬ ਇਹ ਚੰਦ ਸੂਰਜ ਆ ਉਹਦੇ ਵਸ ਚ ਆ, ਉਹਦੇ ਵਸ ਚ ਆ ਕੇ ਜਾਂ ਉਹ ਤੋਂ ਪ੍ਰਕਾਸ਼ਕ। ਨਹੀਂ, ਵਾਸਕ ਦਾ ਮਤਲਬ ਕੀ ਹੋਇਆ? ਜਦੋਂ ਪ੍ਰਕਾਸ਼ ਇਹਨਾਂ ਨੂੰ ਉਹ ਦੇ ਰਿਹਾ ਤੇ ਵਾਸੀ ਹੋ ਗਏ ਨਾ। ਮਹਾਰਾਜ ਢਲ ਗਿਆ ਵਸ ਦਾ ਅਰਥ ਮਤਲਬ ਇਹੋ ਹੀ ਆ ਵੀ ਇਹ, ਹਾਂ, ਵਸ ਦਾ ਉਹ ਵੀ ਅਰਥ ਆ ਵੀ ਇਹ ਮਰਿਆਦਾ ਤੋਂ ਇੱਧਰ ਉੱਧਰ ਨਹੀਂ ਹੋ ਸਕਦੇ, ਭੈ ਚ ਚੱਲ ਰਹੇ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਆ ਵਸ ਦਾ ਅਰਥ ਉਹ ਆ, ਭੈ ਵਿੱਚ ਹੈ। ਇਹ ਨਹੀਂ ਵੀ ਅੱਜ ਚੰਦਰਮਾ ਕੋਲ ਮੈਂ ਚੜ੍ਹਦਾ, ਕੱਲ ਨੂੰ ਸੂਰਜ ਕੋਲ ਅੱਜ ਮੈਂ ਨਹੀਂ ਹੋਣਾ, ਇਹ ਮਤਲਬ ਨਹੀਂ ਹੈਗਾ। ਇਹ ਆ ਵਸ ਦਾ ਮਤਲਬ, ਇਹ ਆ ਕਈ ਇੱਧਰ ਉੱਧਰ ਹਿੱਲਦੇ ਨਹੀਂ, ਮਰਿਆਦਾ ਵਿੱਚ ਚੱਲ ਰਿਹਾ, ਭੈ ਆ ਉਹਦਾ। ਥੋੜਾ ਹੋਰ ਸਮਝ ਲੱਗ ਗਿਆ ਨਾ। ਹਾਂਜੀ ਜਥੇਦਾਰ ਜੀ। ਹਾਂਜੀ ਹਾਂਜੀ ਮਹਾਰਾਜ। ਮਹਾਰਾਜ ਜੀ, ਕੋਈ ਜਿੱਥੇ ਕਿਤੇ ਨਾ ਲੱਗੇ ਪੁੱਛ ਲਿਆ ਕਰੋ। ਇੱਧਰ ਫੌਜਾਂ ਤਾਂ ਸਾਰੀਆਂ ਬੋਲੀ ਜਾਂਦੀਆਂ, ਤੇ ਆਪ ਜੀ ਇਹ ਨਾ ਹੋਵੇ ਵੀ ਚੁੱਪ ਹੀ ਰਹਿ ਜਾਓ। ਹੈ ਨਹੀਂ, ਆਪਾਂ ਸੁਣਦੇ ਆ ਮਹਾਰਾਜ। ਨਹੀਂ, ਜਿੱਥੇ ਕਿਤੇ ਲੱਗਦਾ ਮਹਾਰਾਜ ਜੀ ਆਪ ਜੀ ਪੁੱਛ ਸਕਦੇ ਆ, ਕੋਈ ਪ੍ਰੋਬਲਮ ਨਹੀਂ ਹੈ। ਜ਼ਰੂਰ ਮਹਾਰਾਜ ਜੀ।
ਹਾਂ ਜਿੱਥੇ ਕਿਤੇ ਲੱਗਦਾ ਨਾ ਵੀ ਇੱਥੇ ਕੋਈ ਚੱਲਦਾ ਕੋਈ ਹੁੰਦਾ। ਹਾਂਜੀ ਹਾਂਜੀ ਹਾਂ ਅੱਗੇ ਚੱਲੀਏ। ਹਾਂਜੀ ਮਹਾਰਾਜ। ਦੋਹਰਾ ਦਿਕ ਕਾਲ ਆਦ ਪ੍ਰਛੇਦ ਬਿਨ। ਇਹ ਸਾਰਾ ਹੁਣ ਨਿਰਗੁਣ ਜੇ ਵਸਤੂ ਕਥਨ ਹੋ ਰਿਹਾ ਕਿ ਨਹੀਂ ਨਾਲ ਨਾਲ, ਉਸ ਜਿਹੜਾ ਵਸਤੂ ਆ ਉਹ ਜੋ ਨਿਰਗੁਣ ਪਰਮਾਤਮਾ ਹੈ ਉਹਨੂੰ ਨਮਸਕਾਰ ਕਰ ਰਹੇ, ਉਹਦਾ ਸਰੂਪ ਦੱਸ ਰਿਹਾ ਵੀ ਉਹ ਕਿਹੋ ਜਿਹਾ ਉਤਪਤੀ ਸਥਿਤੀ ਲੈ ਤੋਂ ਰਹਿਤ ਹੈ ਔਰ ਰਵ ਸਸ ਦਾ ਪ੍ਰਕਾਸ਼ਕ ਹੈ, ਸ਼ਾਂਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ। ਐਸੇ ਪ੍ਰਭੂ ਨੂੰ, ਐਸੇ ਉਸ ਬ੍ਰਹਮ ਨੂੰ ਮੇਰੀ ਨਮਸਕਾਰ ਹੈ। ਫਿਰ ਉਹਦਾ ਹੀ ਹੁਣ ਅੱਗੇ ਵਰਣਨ ਕਰਦੇ ਆ। ਦਿਕ ਕਾਲਾਦ ਪ੍ਰਛੇਦ ਬਿਨ। ਦਿਕ ਦਾ ਅਰਥ ਹੈ ਦਿਸ਼ਾ, ਠੀਕ ਹੈ। 10 ਦਿਸ਼ਾ ਸਾਰੀਆਂ ਲੈ ਲੈਣੀਆਂ ਦਿਕ ਤੋਂ, ਸਮਝ ਗਏ। ਦਿਕ ਦਾ ਅਰਥ ਕੀ ਹੈ? ਦਿਸ਼ਾ। ਹਾਂਜੀ 10। ਦਿਕ ਦਾ ਅਰਥ ਇੱਥੇ ਕੀ ਹੈ? ਦਿਸ਼ਾ। ਤੇ ਦਿਸ਼ਾਵਾਂ 10 ਹੈ ਨਾ, 4 ਮੇਨ ਹੈ, 4 ਕੋਨੇ ਆ ਤੇ ਇੱਕ ਉੱਪਰ ਤੇ ਇੱਕ ਨੀਚੇ, 10 ਹੋ ਗਈਆਂ ਕਿ ਨਹੀਂ। ਤੇ 10 ਦਿਸ਼ਾ ਤੇ ਕਾਲਾਦ, ਸਮਝ ਗਏ। ਕਾਲ ਤੋਂ ਲੈ ਲੈਣਾ ਤਿੰਨੇ ਕਾਲ, ਠੀਕ ਹੈ। ਕਾਲ ਆਦਿ। ਤੇ ਆਦि ਜੋ ਹੋਰ ਵੀ ਅੱਗੇ। ਹਾਂਜੀ ਜਿਹੜੀਆਂ ਥੱਲੇ ਲਿਖੀਆਂ 10 ਦਿਸ਼ਾ ਇਹਦੇ ਵਿੱਚ 10 ਦੇ ਉਹੀ ਨੇ। ਹਾਂਜੀ ਹਾਂਜੀ ਠੀਕ ਹੈ। 10 ਦਿਸ਼ਾਵਾਂ ਤੇ ਕਾਲ ਆਦਿ, ਠੀਕ ਹੈ। 3 ਕਾਲ, ਵਰਤਮਾਨ ਕਾਲ, ਭੂਤਕਾਲ ਤੇ ਭਵਿਸ਼ਯ ਕਾਲ। ਤੇ ਆਦਿ ਆਦਿ ਤੋਂ ਹੋਰ ਵੀ ਜਿੰਨਾ ਪ੍ਰਪੰਚ ਹੈ। ਜਿਹੜਾ ਕਾਲ ਦੇ ਵਿੱਚ ਹੁੰਦਾ। ਆਦਿ ਤੋਂ ਕੀ ਲੈਣਾ ਆ? ਕਾਲ ਦਿਸ਼ਾ ਵੀ ਆ ਗਈ, ਕਾਲ ਵੀ ਆ ਗਿਆ, ਤੇ ਆਦਿ ਤੋਂ ਕੀ ਲੈਣਾ ਹੈ? ਕੋਈ ਦੱਸ ਸਕਦਾ? ਜਿਹੜਾ ਮਾਰੇ ਇਹਨਾਂ ਜਥੇਦਾਰ ਜੀ ਮਹਾਰਾਜ, ਹਾਂਜੀ ਆਦਿ ਤੋਂ ਕੀ ਲੈਣਾ? ਕੁਛ ਆਇਆ ਸਮਝ? ਕਾਲਾਦ, ਕਾਲ ਆਦि, ਕੋਈ ਬਚੀ ਹੈ ਜਿੰਨਾ ਵਸਤੂ? ਵੀ ਪ੍ਰਪੰਚ ਮਹਾਰਾਜ ਜੀ ਇਹੀ ਹੋ ਸਕਦਾ ਵੀ ਜਿੰਨਾ ਵੀ ਪ੍ਰਪੰਚ ਉਹ ਸਾਰੀਆਂ ਚੀਜ਼ਾਂ ਵਿੱਚ ਆ ਗਈ। ਦਿਸ਼ਾ ਦੇ ਵਿੱਚ ਜੋ ਵੀ ਵਰਤਦਾ। ਹਾਂਜੀ ਹੋਰ ਕੋਈ? ਹੋਰ ਕਿਸੇ ਦੇ ਦਿਮਾਗ 'ਚ ਕੋਈ ਤੋਂ ਵੱਧ ਗੱਲ ਆਈ? ਵਰਿੰਦਰ ਸਿੰਘ, ਕਾਲ ਆਦਿ ਤੋਂ ਕੀ ਲੈਣਾ ਆਦਿ ਤੇ ਮਤਲਬ ਸਾਰੇ ਹੋ ਗਿਆ ਨਾ ਮਹਾਰਾਜ ਜੀ। ਹੈ? ਆਦਿ ਤੇ ਫਿਰ ਆਪਾਂ ਆਦਿ ਦੇ ਉੱਤੇ ਕਹਿੰਦੇ ਜਿਹੜੀ ਚੀਜ਼ ਦਾ ਵਰਣਨ ਬਹੁਤ ਕੁਝ ਹੈ, ਮਤਲਬ ਉਹਨੂੰ ਉਹ ਨਹੀਂ ਕਰ ਸਕਦੇ, ਵਰਣਨ ਨਹੀਂ ਕਰ ਸਕਦੇ। ਪਰ ਕਰ ਨਹੀਂ ਸਕਦੇ ਲੇਕਿਨ ਕੁਛ ਨਾ ਕੁਛ ਤਾਂ ਹੈ। ਹਾਂ ਟਕਸਾਲੀ ਬਾਬਾ ਜੀ ਕੀ ਕਰ ਰਹੇ ਆ? ਵਸਤੂ ਬਾਰੇ ਦੇਸ਼ ਕਾਲ ਵਸਤੂ, ਦੇਸ਼ ਕਾਲ ਤੇ ਵਸਤੂ, ਸਮਝ ਆਈ? ਦੇਸ਼ਾਂ ਦੇ ਚ ਕਿਹਾ ਹੀ ਆ, ਕਾਲ ਵੀ ਕਿਹਾ ਵਾ, ਬਾਕੀ ਕੀ ਬਚਿਆ ਵਾ? ਵਸਤੂ। ਦੇਸ਼ ਵੀ ਬਚਿਆ, ਦੇਸ਼ ਵੀ ਛੱਡੋ, ਦਿਸ਼ਾ ਚ ਆ ਗਿਆ, ਵਸਤੂ ਬਚਿਆ ਕਿ ਨਹੀਂ ਜੀ। ਵਸਤੂ ਦਾ ਮਤਲਬ ਕੀ ਹੁੰਦਾ ਆ? ਜੋ ਜਥੇਦਾਰ ਜੀ ਨੇ ਕਹੀ ਨਾ ਗੱਲ ਹੈ ਤੇ ਉਹ ਹੀ ਹੈ, ਪ੍ਰਪੰਚ ਹੀ ਵਸਤੂ ਹੈ ਨਾ। ਵੈਸੇ ਪ੍ਰਪੰਚ ਵੀ ਵਸਤੂ ਨਹੀਂ ਆ, ਪਰ ਵਿਵਹਾਰ ਦੇ ਵਿੱਚ ਜਿਹੜੇ ਪਦਾਰਥ ਹੈ ਸਾਰੇ ਇਹੋ ਹੀ ਵਸਤੂ ਹੈ। ਇਹਦਾ ਉਹਦੇ ਵਿੱਚ ਕੋਈ ਮਤਲਬ ਇਹ ਉਹਨੂੰ ਵੰਡ ਨਹੀਂ ਸਕਦੇ, ਸਮਝ ਗਏ। ਜਿੰਨੇ ਪਦਾਰਥ ਨੇ, ਇਹ ਨਹੀਂ ਵੀ ਜੇ ਵਿੱਚ ਕੋਈ ਪਦਾਰਥ ਆ ਗਿਆ ਤੇ ਉਹਦੇ 'ਚ ਮਤਲਬ ਪਰਦਾ ਆ ਗਿਆ ਵੀ ਉੱਥੇ ਹੈ ਨਹੀਂਗਾ, ਇਹਦਾ ਇਹ ਮਤਲਬ ਹੈ। ਦਿਕ ਕਾਲ ਆਦ ਪ੍ਰਛੇਦ, ਪ੍ਰਛੇਦ ਹੁੰਦਾ ਹੈ ਕਿਸੇ ਚੀਜ਼ ਨੂੰ ਵੰਡ ਦੇਣਾ, ਕੱਟ ਦੇਣਾ ਵਿੱਚੋਂ, ਸਮਝ ਗਏ। ਵਿੱਚ ਕੋਈ ਜਨ ਚੀਜ਼ ਆ ਗਈ ਤੇ ਉਹ ਚੀਜ਼ ਕੱਟੀ ਜਾਏਗੀ ਕਿ ਨਹੀਂ ਵਿੱਚੋਂ। ਤੇ ਉਹ ਕਹਿੰਦੇ ਇਹਨਾਂ ਦੇ ਪ੍ਰਛੇਦ ਤੋਂ ਰਹਿਤ ਹੈ, ਇਹ ਉਹਨੂੰ ਵੰਡ ਨਹੀਂ ਸਕਦੇ, ਉਹਦੇ ਟੁਕੜੇ ਨਹੀਂ। ਭਾਵ ਵਿੱਚ ਕੋਈ ਜੇ ਵਸਤੂ ਆ ਗਈ ਤੇ ਉੱਥੋਂ ਹਟ ਜਾਏਗਾ, ਐਸਾ ਨਹੀਂ ਹੈ, ਸਮਝ ਗਏ। ਦੇਸ਼ ਕਾਲ ਵਸਤੂ ਯਾਨੀ ਪ੍ਰਪੰਚ ਜਿਹੜਾ ਇਹਦੇ ਤੋਂ ਰਹਿਤ ਹੈ, ਇਹ ਉਹਨੂੰ ਕੋਈ ਵੀ ਚੀਜ਼ ਵੰਡ ਨਹੀਂ ਸਕਦੀ, ਨਾ ਦਿਸ਼ਾ, ਨਾ ਕਾਲ, ਨਾ ਵਸਤੂ। ਮਾਰਾ ਥੋੜਾ ਜਿਹਾ ਖੋਲਦਾ ਦੇਸ਼ ਕਾਲ ਵਸਤੂ ਥੋੜਾ ਜਿਹਾ ਆਪਣਾ ਤੈਨੂੰ ਅਜੇ ਪਤਾ ਨਹੀਂ, ਮੈਂ ਤਾਂ ਅੱਧੇ ਬੋਲਦਾ ਨਹੀਂ ਹੁਣ ਖੋਲਣਾ ਇਹ 'ਚ ਕੀ, ਇਹਦੇ 'ਚ ਸੰਸ਼ੈ ਕੀ ਹੈ? ਭਾਵ ਜਿਹੜੀ ਇਹ ਨਹੀਂ ਕਹਿ ਸਕਦੇ ਵੀ ਉਹ ਪੂਰਬ 'ਚ ਹੈ ਤੇ ਪশ্ਚਿਮ 'ਚ ਨਹੀਂ ਹੈ, ਦਕਸ਼ਣ 'ਚ ਹੈ ਤੇ ਉੱਤਰ 'ਚ ਨਹੀਂ ਹੈ, ਅਗਨੀ ਕੋਣ 'ਚ ਹੈ ਤੇ ਵਾਯव्य ਕੋਣ 'ਚ ਨਹੀਂ ਹੈ, ਸਮਝ ਗਏ। ਸਾਰੀਆਂ ਦਿਸ਼ਾਵਾਂ ਦਾ ਵਿੱਚ ਹੈ। ਹੁਣ ਇੱਕ ਇੱਕ ਨਾ ਲਓ ਨਾ, ਹੁਣ ਸਾਰਾ ਵਿੱਚੇ ਨਾ ਲਓ, ਠੀਕ ਹੈ। ਪਹਿਲਾਂ ਮੈਂ ਜਿਹੜੀ ਕਹਿ ਰਿਹਾ ਗੱਲ ਪਹਿਲਾਂ ਸੁਣੋ ਤਾਂ ਸਹੀ, ਵੀ ਉਹ ਸਾਰੇ ਦਿਸ਼ਾਵਾਂ 'ਚ ਹੈ, ਸਮਝ ਗਏ। ਦਿਸ਼ਾ ਕੋਈ ਉਹ ਤੋਂ ਬਿਨਾਂ ਨਹੀਂ ਹੈ। ਪਰ ਸ਼ੰਕਾ ਹੋ ਰਹੀ ਹੈ ਕਿ ਨਹੀਂ? ਕਿਹਨੂੰ ਕਿਹਨੂੰ ਹੋ ਰਹੀ ਹੈ? ਦੱਖਣ ਦੇਸ਼ ਹਰੀ ਕਾ ਬਾਸਾ, ਕਿਹਨੂੰ ਹੋ ਰਿਹਾ ਹੈ? ਇਹ ਕਿਹਨੂੰ ਸ਼ੰਕਾ ਹੋ ਰਹੀ ਹੈ? ਕਬੀਰ ਜੀ ਮਹਾਰਾਜ ਕਹਿ ਰਹੇ ਦੱਖਣ ਦੇਸ਼ ਹਰੀ ਕਾ ਬਾਸਾ। ਇਹ ਕੌਣ ਕਹਿ ਰਿਹਾ ਵਾ?
ਤੇ ਨਹੀਂ। ਪੱਛਮ ਨਹੀਂ ਵੇਖੋ ਹੁਣ ਨਹੀਂ ਪੱਛਮ 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 ਮਤ ਕਹਿੰਦੇ। ਹਾਂ ਹਿਸਾਬ ਤੇ ਬਾਹਰ ਦਾ ਵਿਵਹਾਰ ਦਾ ਲਾ ਰਹੇ ਨਾ, ਅੰਦਰੋਂ ਨਹੀਂ ਲਾ ਰਹੇ। ਦੱਖਣ ਦੇਸ ਹਰੀਕਾ ਬਾਸਾ, ਪੱਛਮ ਅੱਲਾਹ ਮੁਕਾਮ। ਹਿੰਦੂ ਕਹਿ ਰਿਹਾ ਵੀ ਦੱਖਣ ਦੇਸ ਹਰੀਕਾ ਬਾਸਾ, ਮੁਸਲਮਾਨ ਕਹਿੰਦਾ ਪੱਛਮ ਅੱਲਾਹ ਮੁਕਾਮਾ। ਇਹਦਾ ਮਤਲਬ ਵੀ ਵਿਆਪਕ ਨਹੀਂ ਹੈ, ਦੇਸ਼ ਕਾਲ ਨੇ ਉਹਨੂੰ ਵੰਡ ਲਿਆ, ਸਮਝ ਗਏ। ਦੱਖਣ 'ਚ ਆ ਤੇ ਪੱਛਮ 'ਚ ਨਹੀਂ ਆ, ਤੇ ਪੱਛਮ 'ਚ ਆ ਤੇ ਦੱਖਣ 'ਚ ਨਹੀਂ ਆ। ਜਿਹੜਾ ਕਹਿੰਦਾ ਪੱਛਮ 'ਚ ਆ ਉਹ ਕਹਿੰਦਾ ਦੱਖਣ 'ਚ ਨਹੀਂ ਹੈ, ਜਿਹੜਾ ਕਹਿੰਦਾ ਦੱਖਣ 'ਚ ਆ ਉਹ ਕਹਿੰਦਾ ਉਹਦੇ ਭਾਦਾ ਪੱਛਮ 'ਚ ਨਹੀਂ ਹੈਗਾ ਨਾ, ਸਮਝ ਗਏ। ਤੇ ਵੰਡਿਆ ਗਿਆ ਕਿ ਨਹੀਂ। ਇੱਥੇ ਕਹਿੰਦੇ ਦੇਸ਼ ਕਾਲ ਰਹਿਤ ਹੈ, ਦਿਸ਼ਾ ਨੂੰ ਵੰਡ ਨਹੀਂ ਸਕਦੀ। ਉਹੀ ਕਬੀਰ ਜੀ ਮਹਾਰਾਜ ਨੇ ਉੱਥੇ ਇਹੋ ਹੀ ਸਰੂਪ ਕਥਨ ਕੀਤਾ ਆ ਵੀ ਭੁਲੇਖਾ ਨਾ ਭੁਲੇਖਾ ਕੱਢ ਦਿਓ, ਉਹਨੂੰ ਦੇਸ਼ ਕਾਲ ਵਸਤੂ ਵੰਡ ਨਹੀਂ ਸਕਦਾ, ਉਹ ਸਾਰੀਆਂ ਦਿਸ਼ਾਵਾਂ 'ਚ ਹੈ, ਜਿੱਥੇ ਮਰਜ਼ੀ ਮੱਥਾ ਟੇਕ ਦਿਓ, ਸਮਝ ਗਏ। ਤੇ ਕਾਲ 'ਚ ਸਾਰਿਆਂ 'ਚ ਹੈ, ਠੀਕ ਹੈ, ਸਾਰੇ ਕਾਲਾਂ 'ਚ ਹੈ। ਇਹ ਕਾਲ ਦੀ ਕਲਪਨਾ ਹੈ, ਉਹਦੇ ਵਿੱਚ ਕਾਲ ਦੀ ਵੀ ਕੀ ਆ कल्पना, और सकाल सभी व सकाल के, ठीक है। एक ही काल अकाल सदा है, समझ गए, सारे कालों च है। ते वस्तु का अर्थ है जिन्ने भी पदार्थ है संसार के, समझ गए। वस्तु का की मतलब है जिन्ने भी संसार के पदार्थ आ, वो पदार्थ जिहड़े आ ओहदा परिच्छेद भाव ओहदे विच पर्दा बन के ਉਹਨੂੰ ਵਿੱਚੋਂ ਕੱਟ ਨਹੀਂ ਸਕਦੇ, ਸਮਝ ਗਏ। ਭਈ ਉਹ ਜੇ ਵਸਤੂ ਵਿੱਚ ਖੜੀ ਹੋ ਗਈ ਹੈ, ਕੋਈ ਵੀ ਮਾਨੋ ਸਰੀਰ ਹੀ ਆਪਣਾ, ਤੇ ਮਾਨਵ ਸਰੀਰ ਵਿੱਚ ਆ ਗਿਆ, ਇਹਦਾ ਮਤਲਬ ਕੀ ਹੋ ਗਿਆ ਵੀ ਉਹ ਵੰਡਿਆ ਗਿਆ ਵਾ, ਤੇ ਜਿੱਥੇ ਸਰੀਰ ਹੈ ਉਹਨੇ ਥਾਂ 'ਚ ਹੈ ਨਹੀਂਗਾ, ਕਹਿ ਸਕਦੇ। ਵਸਤੂ ਦਾ ਜਿਹੜਾ ਸਮਝਦੇ ਨੇ ਨਾ, ਵਸਤੂ ਮਾਨੋ ਆਪਣਾ ਸਰੀਰ ਹੀ ਹੈ, ਤੇ ਸਰੀਰ ਜਿਹਨਾਂ ਵਿੱਚ ਇੱਥੇ ਪਰਮਾਤਮਾ ਹੀ ਪਹਿਲਾਂ ਦੇ ਵਿੱਚ ਆਪਣਾ ਸਰੀਰ ਆ ਕੇ ਖੜਾ ਹੋ ਗਿਆ, ਤੇ ਪਰਮਾਤਮਾ ਵੰਡਿਆ ਗਿਆ, ਉੱਥੋਂ ਹਟ ਗਿਆ, ਨਹੀਂ ਨਾ ਹਟਿਆ। ਅੰਦਰ ਬਾਹਰ ਇੱਕ ਤੂੰ ਜਾਣੇ ਭੇਦ, ਸਮਝ ਗਏ। ਭਾਵ ਉਹ ਹਟਿਆ ਨਹੀਂ ਹੈ। ਜਦੋਂ ਹਟਿਆ ਨਹੀਂ ਆ, ਜਦੋਂ ਮਨੋਂ ਹਟਿਆ ਨਹੀਂ ਉਹ, ਤੇ ਸਰੀਰ ਹੈ ਨਹੀਂ ਨਾ। ਫਿਰ ਜਦੋਂ ਜਗ੍ਹਾ ਖਾਲੀ ਨਹੀਂ ਹੋਈ, ਤੇ ਸਰੀਰ ਨਾਮ ਦੀ ਚੀਜ਼ ਕਿੱਥੋਂ ਆ ਜਾਏਗੀ। ਵਿੱਚੋਂ ਹਟੇ ਤਾਂ ਹੀ ਉੱਥੇ ਕੋਈ ਖੜੀ ਹੋਵੇ ਚੀਜ਼ ਨਾ, ਉਹ ਤੇ ਹਟਿਆ ਨਹੀਂ ਆ, ਬਿਲਕੁਲ ਹੀ ਨਹੀਂ ਹਟਿਆ, ਕੋਈ ਵੀ ਜਗ੍ਹਾ ਹੈ ਨਹੀਂ, ਤੇ ਸਰੀਰ ਕਿੱਧਰੋਂ ਆ ਗਿਆ। ਕੋਈ ਵੀ ਵਸਤੂ ਆ ਗਈ, ਜਿੱਥੇ ਵਸਤੂ ਆ ਗਈ ਆ ਉੱਥੋਂ ਹਟੇਗਾ ਤੇ ਤਾਂ ਹੀ ਹੈ ਨਾ। ਵਸਤੂ ਦੇ ਆਉਣ ਨਾਲ, ਵਸਤੂ ਦੇ ਜਾਣ ਨਾਲ ਉਹ ਉੱਥੇ ਦਾ ਉੱਥੇ ਹੀ ਹੈ, ਫਰਕ ਨਹੀਂ ਪਿਆ। ਦਾ ਮਤਲਬ ਵਸਤੂ ਆਣ ਜਾਣ ਵਾਲੀ ਹੈ ਨਹੀਂ ਹੈ। ਤੇ ਜਿਹੜੀ ਵਸਤੂ ਹੁੰਦਿਆਂ ਵੀ ਆ, ਵਸਤੂ ਦੇ ਬਾਅਦ ਵੀ ਆ, ਤੇ ਫਿਰ ਵਸਤੂ ਕੀ ਆ, ਉਹਦਾ ਹੀ ਰੂਪ ਆ, ਉਹ ਤੋਂ ਅਲੱਗ ਕੁਛ ਨਹੀਂ ਆ, ਉਹ ਸਾਨੂੰ ਦਿਖਾਈ ਦੇ ਰਹੀ ਹੈ, ਸਮਝ ਗਏ। ਵਸਤੂ ਸਾਡੀ ਦ੍ਰਿਸ਼ਟੀ 'ਚ ਹੈ, ਉਹ ਤੇ ਵੈਸੇ ਤਾਂ ਵੈਸਾ ਹੀ ਆ। ਮਾਨੋ ਇੱਕ ਸਾਹਮਣੇ ਕੈਲੰਡਰ ਲੱਗਾ, ਕੋਈ ਕੈਲੰਡਰ, ਸਮਝ ਗਏ। ਕੈਲੰਡਰ ਦੇ ਉੱਤੇ ਆਪਾਂ ਨੂੰ ਫੋਟੋ ਦਿਖਾਈ ਦੇ ਰਹੀ ਹੈ ਕਿ ਨਹੀਂ, ਤੇ ਫੋਟੋ ਜੇ ਦਿਖਾਈ ਦੇ ਰਹੀ ਆ ਆਪਾਂ ਨੂੰ, ਤੇ ਜਿੱਥੇ ਜਿੱਥੇ ਜਿੰਨੇ ਥਾਂ 'ਚ ਫੋਟੋ ਉਹਨੇ ਥਾਂ 'ਚ ਕਾਗਜ਼ ਹੈ ਨਹੀਂਗਾ, ਹੈਗਾ ਕਿ ਨਹੀਂ। ਤੇ ਮਤਲਬ ਫੋਟੋ ਨਾਂ ਦੀ ਕੋਈ ਚੀਜ਼ ਨਹੀਂ, ਉਹ ਕਾਗਜ਼ ਹੀ ਹੈ, ਸਮਝ ਗਏ। ਆਪਣੀ ਦ੍ਰਿਸ਼ਟੀ 'ਚ ਫੋਟੋ ਹੈ ਕਿ ਨਹੀਂ, ਫੋਟੋ ਥੋੜੀ ਆ, ਉਹ ਤਾਂ ਕਾਗਜ਼ ਹੀ ਹੈ। ਭਾਵੇਂ ਕੱਪੜੇ ਤੇ ਛਾਪੀ ਹੋਵੇ, ਭਾਵੇਂ ਕਾਗਜ਼ ਤੇ ਛਾਪੀ ਹੋਵੇ, ਫੋਟੋ ਆਪਾਂ ਕਹਿੰਦੇ ਵੀ ਇੱਕ ਮਨੋ ਥੱਲੇ ਕੱਪੜਾ ਆ, ਉਹਦੇ ਉੱਤੇ ਮੂਰਤਾਂ ਛਾਪੀਆਂ, ਉਹਨਾਂ ਨੂੰ ਹੋਰ ਕੱਪੜੇ ਪਾਏ ਹੋਏ ਆ, ਸਮਝ ਗਏ। ਉਹਨਾਂ ਨੂੰ ਕੱਪੜੇ ਪਾਏ ਹੋਏ ਕਿ ਨਹੀਂ, ਉਹਨਾਂ ਕੱਪੜਿਆਂ ਦਾ, ਉਹਨਾਂ ਮੂਰਤਾਂ ਦਾ ਆਧਾਰ ਕੌਣ ਹੈ, ਥੱਲੇ ਵਾਲਾ ਕੱਪੜਾ, ਸਮਝ ਗਏ। ਨਾ ਉੱਤੇ ਕੋਈ ਕੱਪੜਾ ਆ, ਨਾ ਉੱਤੇ ਕੋਈ ਮੂਰਤ ਹੈ, ਕੱਖ ਨਹੀਂ ਆ। ਕੱਪੜੇ ਦਾ ਆਧਾਰ ਕੌਣ ਹੈ, ਧਾਗਾ, ਸਮਝ ਗਏ। ਧਾਗੇ ਨੂੰ ਕੋਈ ਫਰਕ ਨਹੀਂ ਪੈ ਗਿਆ, ਉਹ ਤੇ ਕਲਾਕਾਰੀ ਹੈ ਨਾ, ਕਲਾਕਾਰ ਦੀ, ਉਹ ਹੈ ਤਾਂ ਧਾਗਾ ਹੀ। ਐਸੇ ਤਰ੍ਹਾਂ ਪਰਮਾਤਮਾ ਜਿਹੜਾ ਵਿਆਪਕ ਦਾ ਮਤਲਬ ਇਹ ਆ ਵੀ ਵਸਤੂ ਜਿੰਨੀ ਦਿਖਾਈ ਦੇ ਰਹੀ ਹੈ ਨਾ, ਉਹ ਕੈਲੰਡਰ ਵਾਲਾ ਹਿਸਾਬ ਹੈ, ਸਮਝ ਗਏ। ਅਧਿਸ਼ਠਾਨ ਉਹੀ ਹੈ, ਇਹਦਾ ਮਤਲਬ ਉੱਥੇ ਫੋਟੋਆਂ ਨਹੀਂ ਹੈਗੀਆਂ ਨਾ, ਉੱਥੇ ਕੈਲੰਡਰ ਤੇ ਕੱਲਾ ਕੀ ਹੈ, ਕਾਗਜ਼ ਹੀ ਹੈ। ਇਸੇ ਤਰ੍ਹਾਂ ਜਿੰਨੀਆਂ ਮੂਰਤਾਂ ਦਿਖਦੀਆਂ ਨਾ, ਇਹ ਸਭ ਮੂਰਤਾਂ ਹੀ ਹੈ। ਕੈਲੰਡਰ ਵਾਲੀਆਂ ਸਮਝ ਲਓ ਜਾਂ ਕੱਪੜੇ ਵਾਲੀਆਂ ਸਮਝ ਲਓ, ਜਿੰਨੇ ਆਪਣੇ ਸਰੀਰ ਸਮੇਤ ਸਭ ਮੂਰਤਾਂ ਹੀ ਆ। ਤੇ ਮੂਰਤ ਜਿਹੜੀ ਹੈ ਨਹੀਂ ਹੈ, ਕਿਉਂਕਿ ਕਿਹਦੇ ਵਿੱਚ ਦਿਖਾਈ ਦੇ ਰਹੀ, ਅਮੂਰਤ ਦੇ ਵਿੱਚ ਦਿਖਾਈ ਦੇ ਰਹੀ। ਜਿਹੜਾ ਅਮੂਰਤ ਹੈ, ਦਿਖਦਾ ਨਹੀਂ ਹੈ, ਉਹਦੇ 'ਚ ਮੂਰਤਾਂ ਦਿਖਾਈ ਦੇ ਰਹੀਆਂ, ਉਹ ਤੇ ਅਮੂਰਤ ਹੈ, ਸਮਝ ਗਏ। ਤੇ ਮੂਰਤ ਵੀ ਉਹੀ ਹੋ ਗਿਆ, ਸਮਝ ਗਏ। ਮੂਰਤ ਅਮੂਰਤ ਦੋਨੋਂ ਉਹੀ ਹੈ। ਇਹ ਸਾਰੇ ਜਿਹੜੇ ਦ੍ਰਿਸ਼ਟਾਂਤ ਹੈ ਪੰਚਦਸ਼ੀ 'ਚ ਆਏ ਆ, ਜਿਹੜੇ ਮੈਂ ਤੁਹਾਨੂੰ ਵੈਸੇ ਦੱਸ ਰਿਹਾ, ਭਾਵ ਰੂਪ 'ਚ ਦੱਸ ਰਿਹਾ, ਪੰਚਦਸ਼ੀ 'ਚ ਸਭ ਕੁਝ ਦੱਸਿਆ, ਸਮਝ ਗਏ। ਤੇ ਚਿਦਾਨੰਦ ਬਪ ਜੋਏ,
ਉਹ ਕਿਹੋ ਜਿਹਾ ਵਾ? ਚਿਦਾਨੰਦ। ਚਿਦਾਨੰਦ ਤੋਂ ਲੈ ਲੈਣਾ ਸੱਚ ਚਿੱਤ ਆਨੰਦ ਹੈ। ਚਿੱਤ ਤੇ ਆਨੰਦ ਦੇ ਦਿੱਤਾ ਤੇ ਨਾਲ ਕੀ ਆ? ਸੱਤ। ਸਮਝ ਗਏ? ਸੱਤ ਦਾ ਅਰਥ ਕਿਉਂਕਿ ਪਹਿਲਾਂ ਕਰ ਦਿੱਤਾ ਨਾ, ਦੇ ਕਾਲ ਪਰਛੇਦ ਬਿਨਾ, ਉਹ ਕਿਹਦਾ ਅਰਥ ਹੈ? ਸੱਤ ਦਾ। ਸਮਝ ਗਏ? ਸੱਤ ਹੀ ਹੋਏਗਾ ਨਾ ਜਿਹਨੂੰ ਕੋਈ ਕੱਟ ਨਹੀਂ ਸਕਦਾ, ਤਿੰਨਾਂ ਕਾਲਾਂ 'ਚ ਹੈ। ਸਮਝ ਗਏ? ਸੱਤ ਦਾ ਅਰਥ ਪਹਿਲਾਂ ਹੋ ਗਿਆ ਕਿ ਨਹੀਂ? ਚਿਦਾਨੰਦ, ਚਿੱਤ ਤੇ ਆਨੰਦ, ਸੱਚ ਚਿੱਤ ਆਨੰਦ। ਵਾਪ ਦਾ ਅਰਥ ਹੈ ਸਰੂਪ, ਜਿਹਦਾ ਸਰੂਪ ਕੀ ਆ? ਸੱਚ ਚਿੱਤ ਆਨੰਦ ਹੈ। ਚਿੱਤ ਦਾ ਅਰਥ ਵੀ ਚੇਤਨ ਹੈ, ਆਨੰਦ ਦਾ ਅਰਥ ਹੈ ਸੁਖ ਸਰੂਪ ਹੈ। ਚਿੱਤ ਦਾ ਅਰਥ ਕੀ ਆ? ਪ੍ਰਕਾਸ਼ ਸਰੂਪ ਹੈ, ਚੇਤਨ ਸਰੂਪ ਹੈ, ਸੁਖ ਸਰੂਪ ਹੈ। ਠੀਕ ਹੈ? ਸੁਖ ਸਰੂਪ ਕਹਿਣ ਦੇ ਨਾਲ ਕੀ ਹੈ? ਵਿਸ਼ੇ ਸੁਖ ਦਾ ਖੰਡਨ। ਸਮਝ ਗਏ? ਵਿਸ਼ੇ ਸੁਖ ਦਾ ਕੀ ਹੋ ਗਿਆ? ਖੰਡਨ। ਕਿਉਂਕਿ ਸੁੱਖ ਤਾਂ ਇੱਥੇ ਬਹੁਤ ਆ, ਅਲੱਗ ਅਲੱਗ। ਫਿਰ ਜਦੋਂ ਉਹਨੂੰ ਕਿਹਾ ਵੀ ਉਹ ਸੁੱਖ ਸਰੂਪ ਹੈ, ਤੇ ਫਿਰ ਵਿਸ਼ੇ, ਜਿਹੜਾ ਵਿਸ਼ੇ ਸੁੱਖ ਹੈ ਉਹਦਾ ਖੰਡਨ ਹੋ ਗਿਆ। ਸੁੱਖ ਤੇ ਵਿਸ਼ੇ 'ਚ ਵੀ, ਵਿਸ਼ੇ 'ਚ ਸੁੱਖ ਵੈਸੇ ਹੈ ਨਹੀਂ ਹੈ, ਪਰ ਵਿਵਹਾਰ 'ਚ ਵਿਸ਼ੇ 'ਚ ਸੁੱਖ ਲੱਗਦਾ ਹੈ ਨਾ। ਵਾਸਤਵਿਕ ਕੀ ਹੈ? ਸੁੱਖ ਸਰੂਪ ਕੌਣ ਹੈ? ਪ੍ਰਭੂ ਕਹਿ ਲੋ, ਜਾਂ ਰੱਬ ਕਹਿ ਲੋ, ਅੱਲਾ ਕਹਿ ਲੋ, ਕੁਛ ਵੀ ਕਹਿ ਲੋ, ਬ੍ਰਹਮ। ਉਹ ਅਸਲ ਵਿੱਚ ਉਹ ਸੁੱਖ ਸਰੂਪ ਹੈ। ਸਮਝ ਗਏ? ਸੁੱਖ ਉਸ ਦਾ ਸੁਭਾਅ ਆ। ਸਮਝ ਵਿਸ਼ੇ ਗਏ? ਦਾ ਮਾਰੇ ਕਿੱਦਾਂ ਖੰਡਨ ਹੋ ਗਿਆ? ਹੈ ਵਿਸ਼ੇ ਦਾ ਜਿਹੜਾ ਸੁੱਖ ਉਹਦਾ ਖੰਡਨ ਕਿੱਦਾਂ ਹੋ ਗਿਆ? ਵਿਸ਼ੇ ਸੁੱਖ ਦਾ ਖੰਡਨ ਹੋ ਗਿਆ ਇਸ ਕਰਕੇ ਕਿ ਵਿਸ਼ੇ ਦਾ ਜਿਹੜਾ ਸੁੱਖ ਹੈ, ਜਿੰਨਾ ਚਿਰ ਵਿਸ਼ੇ ਹੈ ਉਹਨਾਂ ਚਿਰ ਹੈ। ਸਮਝ ਗਏ? ਜਿੰਨਾ ਚਿਰ ਵਿਸ਼ੇ ਹੈ ਉਹਨਾਂ ਚਿਰ ਹੀ ਉਹ ਸੁੱਖ ਹੈ। ਜਦੋਂ ਵਿਸ਼ੇ ਪਰੇ ਹਟ ਗਿਆ ਤਾਂ ਉਹ ਸੁੱਖ ਹਟ ਜਾਂਦਾ ਕਿ ਨਹੀਂ? ਪਰ ਉਹਦਾ ਸੁੱਖ ਐਸਾ ਨਹੀਂ ਆ, ਉਹ ਭਾਵੇਂ ਇੱਥੇ ਤੁਹਾਨੂੰ ਦਿਖਦਾ ਜਾਂ ਨਹੀਂ ਦਿਖਦਾ, ਸੁੱਖ ਹੈ। ਸਮਝ ਗਏ? ਭਾਵੇਂ ਉਹ ਦਿਖੇ ਜਾਂ ਨਾ ਦਿਖੇ, ਵਿਸ਼ੇ ਤੇ ਜਿੰਨਾ ਚਿਰ ਕੋਲ ਹੈ ਨਾ ਉਹਨਾਂ ਚਿਰ ਸੁੱਖ ਹੈ। ਜਦੋਂ ਵਿਸ਼ੇ ਪਰੇ ਹਟ ਗਿਆ ਤਾਂ ਸੁੱਖ ਹਟ ਜਾਣਾ। ਇਸ ਕਰਕੇ ਉਹ ਵਿਸ਼ੇ ਸੁੱਖ ਜਿਹੜਾ ਹੈ ਉਹ ਕੀ ਹੈ? ਛਣਕ ਹੈ, ਥੋੜੀ ਦੇਰ ਹੈ। ਉਹ ਕਿਹੋ ਜਿਹਾ ਸੁੱਖ ਹੈ? ਅਬਿਨਾਸ਼ੀ ਸੁੱਖ। ਸਮਝ ਗਏ? ਅਬਿਨਾਸ਼ੀ ਸੁੱਖ। ਤੇ ਵਿਸ਼ੇ ਕਿਹੋ ਜਿਹਾ? ਵਿਸ਼ੇ ਦਾ ਖੰਡਨ ਕਰਦੇ ਮਹਾਰਾਜ ਕੀ ਕਿਆ ਮੰਗੋ ਕਿਛ ਥਿਰ ਨਾ ਰਹਾਈ। ਠੀਕ ਹੈ? ਵਿਸ਼ੇ ਕਿਹੜਾ ਵਾ? ਕਿਹੜਾ ਕਿਤੇ ਵਿਸ਼ੇ, ਕਿਹੜੀ ਵਸਤੂ ਕਹਿੰਦੇ ਮੰਗਾ। ਥਿਰ ਦਾ ਮਤਲਬ ਵੀ ਨਹੀਂ ਰਹਿਣ ਵਾਲੀ, ਵਿਨਾਸ਼ੀ ਹੈ। ਤੇ ਵਿਨਾਸ਼ੀ ਵਸਤੂ ਦਾ ਸੁੱਖ ਵੀ ਵਿਨਾਸ਼ੀ ਹੋਏਗਾ ਕਿ ਨਹੀਂ? ਜਿੰਨਾ ਚਿਰ ਵਸਤੂ ਹੈ ਉਹਨਾਂ ਚਿਰ ਸੁੱਖ ਹੈ। ਇਸ ਕਰਕੇ ਚਿਦਾਨੰਦ ਬਪ ਜੋਏ, ਜਿਹੜਾ ਚਿਦਾਨੰਦ ਸਰੂਪ ਹੈ, ਸਵਨਭਵ ਏਕ ਪ੍ਰਮਾਣ ਤੇ। ਸਵਨਭਵ, ਸਵਨਭਵ ਏਕ, ਸਵਾਨੁਭਵ ਲਿਖਿਆ ਨਾ, ਸਵ ਅਨੁਭਵ ਏਕ, ਇਸ ਤਰ੍ਹਾਂ ਹੀ ਨਾ ਪੂਰੇ ਸ਼ਬਦ। ਸਵ ਅਨੁਭਵ ਏਕ ਪ੍ਰਮਾਣ। ਬੱਪ ਜੋਏ। ਉਹ ਬਾਬਿਓ ਤੁਸੀਂ ਫਿਰ ਉੱਥੇ ਆ ਕੇ ਦੱਸ ਤੇ ਦਿੱਤਾ, ਬੱਪ ਦਾ ਅਰਥ ਸਰੂਪ ਹੈ। ਘਰੇ ਕਹਿਣਾ ਮੈਂ ਕਹਿੰਦਾ ਮੈਂ ਸਰੀਰ ਆਪਾਂ ਕਹਿੰਦਾ ਨਾ, ਮੈਂ ਤਾਂ ਕਹਿੰਦਾ ਮੈਂ ਸਰੀਰ ਕਹੋ ਜਾਂ ਸਰੂਪ ਕਹੋ, ਸਰੀਰ ਨਹੀਂ ਕਹਿਣਾ, ਸਰੀਰ ਨਹੀਂ ਅਰਥ ਇੱਥੇ ਕਹਿਣਾ ਨਾ, ਇੱਥੇ ਸਰੂਪ ਕਹਿਣਾ ਹੈ। ਠੀਕ ਹੈ, ਠੀਕ ਹੈ। ਉਹ ਸਰੀਰ ਰਹਿਤ ਹੈਗਾ ਹੀ ਆ। ਜੋਏ, ਜੋਏ ਦਾ ਅਰਥ ਜੋ ਹੁੰਦਾ ਆ ਜਾਂ ਦੇਖਿਆ ਜਾਂਦਾ ਆ। ਤੇ ਸਵ ਅਨੁਭਵ ਪ੍ਰਮਾਣ ਏਕ ਪ੍ਰਮਾਣ ਤੇ ਇਹ ਕਹਿੰਦੇ ਆ ਬਈ ਉਸ ਨੂੰ ਐਸਾ ਜੋ ਸਤਚਿਤ ਆਨੰਦ ਸਰੂਪ ਹੈ, ਉਹ ਕਿਸੇ ਪ੍ਰਮਾਣ ਦੇ ਨਾਲ ਸਮਝਿਆ ਜਾ ਸਕਦਾ। ਠੀਕ ਹੈ? ਕੌਣ ਕੌਣ ਪ੍ਰਮਾਣ? ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਉਪਮਾਨ ਪ੍ਰਮਾਣ, ਸ਼ਬਦ ਪ੍ਰਮਾਣ। ਠੀਕ ਹੈ? ਇਹ ਜਿਹੜੇ ਅਨੁਪਲਬਧੀ ਪ੍ਰਮਾਣ, ਜਿੰਨੇ ਪ੍ਰਮਾਣ ਮੰਨੇ ਜਾਂਦੇ ਆ, ਉਹਨਾਂ ਦਾ ਵਿਸ਼ੇ ਹੈ? ਕਹਿੰਦੇ ਨਹੀਂ, ਕਿਸੇ ਪ੍ਰਮਾਣ ਦਾ ਵਿਸ਼ੇ ਨਹੀਂ ਹੈ। ਉਹਨੂੰ ਪ੍ਰਤੱਖ ਵੀ ਨਹੀਂ, ਪ੍ਰਮਾਣ ਵੀ ਨਹੀਂ ਦੱਸ ਸਕਦਾ, ਉਹਨੂੰ ਅਨੁਮਾਨ ਵੀ ਨਹੀਂ ਦੱਸ ਸਕਦਾ, ਉਹਨੂੰ ਉਪਮਾਨ ਵੀ ਨਹੀਂ ਦੱਸ ਸਕਦਾ, ਉਹਨੂੰ ਸ਼ਬਦ ਵੀ ਨਹੀਂ ਦੱਸ ਸਕਦਾ। ਫਿਰ ਕਹਿੰਦੇ ਉਹ ਜਾਣਿਆ ਕਿਵੇਂ ਜਾਂਦਾ? ਸਵ ਅਨੁਭਵ ਏਕ ਪ੍ਰਮਾਣ। ਉਹਦੇ ਚ ਪ੍ਰਮਾਣ ਕੌਣ ਹੈ? ਸਵ ਅਨੁਭਵ ਏਕ, ਆਪਣਾ ਅਨੁਭਵ ਇੱਕ ਉੱਚ ਪ੍ਰਮਾਣ ਹੈ। ਉਹ ਕੀ ਆ? ਆਪਣਾ ਅਨੁਭਵ, ਸਵ ਅਨੁਭਵ, ਆਪਣਾ ਅਨੁਭਵ ਹੀ ਉਹਦੇ ਚ ਪ੍ਰਮਾਣ ਹੈ। ਤੇ ਅਨੁਭਵ ਦਾ ਮਤਲਬ ਕੀ ਹੋਇਆ? ਸਵੈਮ ਪ੍ਰਮਾਣ। ਠੀਕ ਹੈ? ਆਪਣਾ ਅਨੁਭਵ ਕੀ ਹੈ? ਸਰੂਪ। ਉਹ ਆਪਣੇ ਆਪ ਦੇ ਵਿੱਚ ਆਪ ਹੀ ਪ੍ਰਮਾਣ ਹੈ। ਸਮਝ ਗਏ? ਉਹਦਾ ਹੋਰ ਕੋਈ ਪ੍ਰਮਾਣ ਨਹੀਂ ਹੈ। ਸਵ ਅਨੁਭਵ, ਸਵ ਮਤਲਬ ਆਪਣੇ, ਸਵ ਮਤਲਬ ਆਪਣਾ, ਅਨੁਭਵ ਭਾਵ ਪ੍ਰੈਕਟੀਕਲ, ਸਾਖਸ਼ਾਤਕਾਰ। ਠੀਕ ਹੈ? ਸਵ ਦਾ ਅਰਥ ਹੁੰਦਾ ਆਪਣਾ, ਅਨੁਭਵ ਦਾ ਅਰਥ ਕੀ ਹੈ? ਪ੍ਰੈਕਟੀਕਲ, ਸਾਖਸ਼ਾਤ। ਆਪਣਾ ਸਾਖਸ਼ਾਤ ਸਰੂਪ ਦਾ ਸਾਖਸ਼ਾਤ ਹੀ ਪ੍ਰਮਾਣ ਹੈ, ਹੋਰ ਕੋਈ ਨਹੀਂ। ਤਾਂ ਸਰੂਪ ਹੀ ਤੇ ਹੈ ਉਹ। ਸਮਝ ਗਏ ਭਾਵ? ਇਹਨੂੰ ਸਵੈਮ ਪ੍ਰਕਾਸ਼ ਕਹਿੰਦੇ ਆ, ਸਵੈਮ ਪ੍ਰਕਾਸ਼। ਠੀਕ ਹੈ? ਸਵੈਮ ਆਪਣੇ ਆਪ ਦਾ
प्रकाश स्वयं है और कोई प्रकाशक नहीं उसका, थाप्या ना जाए कीता ना होए। ठीक है। नमो काव्य इत होए, ऐसे स्वरूप ਨੂੰ ਕਹਿੰਦੇ ਨਮੋ, ਮੇਰੀ ਨਮਸਕਾਰ ਹੈ। ਸਮਝ ਗਏ। ਇਹਦਾ ਮਤਲਬ ਪ੍ਰਮਾਣਤੇ ਨਾ। ਤੇਹ ਕਹਿੰਦੇ ਉਸ ਸਰੂਪ ਦੇ ਵਿੱਚ ਪ੍ਰਮਾਣ ਕੀ ਆ? ਸਵ ਅਨੁਭਵ, ਆਪਣਾ ਅਨੁਭਵ ਹੀ ਪ੍ਰਮਾਣ ਹੈ। ਸਾਰੀ ਪੂਰੀ ਦਾ ਕਿਤਾਬ ਚ ਬਣਾਉਂਦੇ ਕਾਵਿ ਉਹਦਾ ਅਰਥ ਤੇ ਇਹੋ ਹੀ ਆ ਵੀ ਜਿਹੜਾ ਦਿਸ਼ਾ ਕਾਲ ਆਦਿ ਤੋਂ ਰਹਿਤ ਹੈ, ਜਿਹੜਾ ਸਤਚਿਤ ਆਨੰਦ ਸਰੂਪ ਹੈ, ਜਿਹੜਾ ਸਵੈਮ ਅਨੁਭਵ ਦਾ ਵਿਸ਼ੇ ਹੈ, ਐਸੇ ਪ੍ਰਭੂ ਨੂੰ, ਐਸੇ ਬ੍ਰਹਮ ਨੂੰ ਮੇਰੀ ਨਮਸਕਾਰ ਹੈ। ਕਾਦੇ ਵਾਸਤੇ ਨਮਸਕਾਰ ਹੈ? ਠੀਕ ਹੈ। ਨਮਸਕਾਰ ਕਰਨ ਦਾ ਕਿਨ ਪ੍ਰਯੋਜਨ ਆਇਆ? ਨਮਸਕਾਰ ਕਰੋ ਨਹੀਂ। ਸਮਝ ਗਏ। ਇਹਨੇ ਪੁੱਛਿਆ ਵੀ ਨਮਸਕਾਰ ਕਾਦੇ ਵਾਸਤੇ ਕਰਦੇ ਹੋ? ਜੀ 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 ਬਿਨਾ ਪ੍ਰਯੋਜਨ ਮੰਦੋ ਪੀਨਾ ਪ੍ਰਵਰਤਤੇ, ਇੱਕ ਨਿਯਮ ਹੈ। ਬਿਨਾ ਪ੍ਰਯੋਜਨ ਮੰਦੋ ਪੀਨਾ ਪ੍ਰਵਰਤਤੇ, ਬਿਨਾ ਪ੍ਰਯੋਜਨ ਤੋਂ ਮੰਦ ਬੁੱਧੀ ਬੰਦਾ ਵੀ ਕਿਸੇ ਕਾਰਜ ਵਿੱਚ ਪ੍ਰਵੇਸ਼ ਨਹੀਂ ਕਰਦਾ। ਸਮਝ ਗਏ। ਕੋਈ ਜਿਹਨੂੰ ਆਪਾਂ ਮੂਰਖ ਕਹਿੰਦੇ ਆ ਨਾ, ਉਹਨੂੰ ਵੀ ਜੇ ਕੋਈ ਕੰਮ ਕਵੇ ਤਾਂ ਉਹ ਕਹਿੰਦਾ ਵੀ ਮੈਨੂੰ ਇਹਦੇ ਬਦਲੇ ਕੁਝ ਦਿਓਗੇ। ਸਮਝ ਗਏ। ਜਿਹਨੂੰ ਆਪਾਂ ਕਹਿੰਦੇ ਵੀ ਇਹ ਮੂਰਖ ਹੈ, ਬਿਲਕੁਲ ਉਹ ਵੀ ਕੰਮ ਤਾਂ ਕਰਦਾ, ਉਹਨੂੰ ਕੁਝ ਚਾਹੀਦਾ, ਮੰਗਦਾ ਕੁਝ ਵੀ, ਇਹਦੇ ਬਦਲੇ ਦੋ ਕੁਝ। ਸਮਝ ਗਏ। ਬਿਨਾ ਪ੍ਰਯੋਜਨ ਮੰਦੋ ਪੀਨਾ ਪ੍ਰਵਰਤਤੇ, ਮੰਦ ਬੁੱਧੀ ਵਾਲਾ ਵੀ ਬਿਨਾ ਪ੍ਰਯੋਜਨ ਤੋਂ, ਬਿਨਾ ਸਵਾਰਥ ਤੋਂ ਕੋਈ ਕੰਮ ਨਹੀਂ ਕਰਦਾ। ਤੇ ਜਿਹੜਾ ਵਿਦਵਾਨ ਹੈ, ਮਨੋ ਇਹ ਵਿਦਵਾਨ ਪੁਰਸ਼ ਹੈ ਜਿਹੜੇ ਗ੍ਰੰਥ ਲਿਖਣ ਲੱਗੇ ਆ, ਇਹ ਬਿਨਾ ਪ੍ਰਯੋਜਨ ਤੋਂ ਨਮਸਕਾਰ ਕਰਦੇ ਨੇ। ਸਮਝ ਗਏ। ਨਮਸਕਾਰ ਕਰ ਰਹੇ ਤੇ ਕੋਈ ਪ੍ਰਯੋਜਨ ਤੇ ਹੈ, ਸਵਾਰਥ ਤੇ ਹੈ ਨਾ ਕੋਈ। ਕੀ ਸਵਾਰਥ ਹੈ? ਕਾਬੇ ਇਤ ਹੋਏ, ਇਹਨਾਂ ਦਾ ਇਹ ਸਵਾਰਥ ਹੈ ਮੇਰਾ ਕਾਬੇ ਇਤੀ। ਇਹ ਜਿਹੜਾ ਕਾਬੇ ਲਿਖਣ ਜਾ ਰਿਹਾ, ਇਤੀ ਦਾ ਭਾਵ ਉਹਦੀ ਸਮਾਪਤੀ ਹੋ ਜਾਏ, ਨਿਰਵਿਘਨ। ਠੀਕ ਹੈ। ਮਹਾਰਾਜ ਇੱਥੇ ਵਿਦਰਥਕ ਕਵਿਤਾ ਜਿਹੜੀ ਮੈਂ ਰਚਣ ਜਾ ਰਿਹਾ, ਗ੍ਰੰਥ ਰਚਣ ਜਾ ਰਿਹਾ ਆ, ਉਹ ਇਤੀ ਹੋ ਜਾਏ, ਸਮਾਪਤ ਹੋ ਜਾਏ। ਕਿਵੇਂ ਸਮਾਪਤ ਹੋ ਜਾਏ? ਵਿਘਨ ਤੋਂ ਬਿਨਾ, ਨਿਰਵਿਘਨ ਸਮਾਪਤ ਹੋ ਜਾਏ। ਆ ਲੱਗੇਗਾ ਮਹਾਰਾਜ ਇੱਥੇ ਦੋਹਾ। ਹਾਂਜੀ ਇਹਦਾ ਸਮਾਪਤੀ ਕਾਮੋ ਮੰਗਲਮ ਆਚਰੇ, ਹਾਂਜੀ ਹਾਂਜੀ, ਉਹੀ ਹੈ, ਉਹੀ ਅਰਥ ਹੈ। ਉਹੀ ਹੈ ਨਾ। ਹਾਂਜੀ ਉਹੀ ਅਰਥ ਹੈ। ਮੰਗਲ ਦਾ ਉੱਥੇ ਮਹਾਤਮ ਦੱਸਿਆ ਨਾ, ਤੇ ਮੰਗਲ ਕੀਤਾ ਕਿਉਂ ਜਾਂਦਾ ਹੈ? ਇਸ ਕਰਕੇ ਕਿ ਸਮਾਪਤੀ ਕਾਮੋ ਮੰਗਲਮ ਮਾਚਰੇਤ, ਆਪਣਾ ਜਿਹੜਾ ਕੰਮ ਕੋਈ ਕਰਨ ਜਾ ਰਿਹਾ ਆ, ਉਹਦੀ ਨਿਰਵਿਘਨ ਸਮਾਪਤੀ ਵਾਸਤੇ ਮੰਗਲ ਕੀਤਾ ਜਾਂਦਾ ਹੈ। ਠੀਕ ਹੈ। ਵੀ ਉਹਦੇ ਵਿੱਚ ਕੋਈ ਵਿਘਨ ਨਾ ਆਏ। ਤੇ ਮੰਗਲ ਦਾ ਮਤਲਬ ਕੀ ਹੁੰਦਾ? ਮੰਗਲ ਕੀ ਕਰਦਾ ਆ? ਵਿਘਨਾਂ ਨੂੰ ਦੂਰ ਕਰਦਾ ਆ, ਤਾਂ ਮੰਗਲ ਕੀਤਾ ਜਾਂਦਾ। ਇਸ ਕਰਕੇ ਕਹਿੰਦੇ ਮੇਰੀ ਨਮਸਕਾਰ ਮੈਂ ਤਾਂ ਕਰ ਰਿਹਾ ਵੀ ਉਹ ਜੋ ਪ੍ਰਭੂ ਹੈ ਜਾਂ ਬ੍ਰਹਮ ਹੈ, ਉਹ ਮੇਰੇ ਇਸ ਕਾਬੇ ਦੀ ਸਮਾਪਤੀ ਵਿੱਚ ਆਉਣ ਵਾਲੇ ਵਿਘਨਾਂ ਦੀ ਨਿਵਰਤੀ ਕਰੇ। ਠੀਕ ਹੈ। ਇਹ ਹੋ ਗਿਆ। ਅੱਗੇ ਹੁਣ ਫਿਰ ਹੁਕਮਾਂ ਫਿਰ ਕਰ ਰਹੇ ਆ ਕਿ ਇਹਨਾਂ ਦੀ ਕਿਵਦੀ ਕਰ ਰਹੇ ਆ ਹੁਕਮਾਂ। ਹਰ ਗਿਆਨ ਪ੍ਰਦੀਪ ਸਦਾ ਲਸ਼ਕੇ, ਇੱਕ ਦੀਵੇ ਦਾ ਅਲੰਕਾਰ ਬਣ ਕੇ ਦੱਸ ਰਿਹਾ ਵੀ ਜਿਵੇਂ ਦੀਵਾ ਜਿਹੜਾ ਨਾ, ਉਹ ਲਿਸ਼ਕਦਾ ਨਾ, ਪ੍ਰਕਾਸ਼ ਕਰਦਾ ਹੈ। ਤੇ ਦੀਵਾ ਜਦੋਂ ਪ੍ਰਕਾਸ਼ ਕਰਦਾ, ਉਹਦੇ ਪ੍ਰਕਾਸ਼ ਕਰਨ ਦੇ ਵਿੱਚ ਸਹਾਇਕ ਚੀਜ਼ਾਂ ਹੈਗੀਆਂ ਨਾ, ਉਹਦੇ ਚ ਤੇਲ ਆ, ਉਹਦੇ ਚ ਬੱਤੀ ਆ। ਠੀਕ ਆ। ਫਿਰ ਉਹਦੀ ਲਾਟ ਬੜੀ ਆ, ਉਹਦਾ ਭਾਂਡਾ ਆ। ਤੇ ਇੱਥੇ ਜਿਹੜੇ ਭਗਵਾਨ ਸ਼ਿਵ ਹੈ ਨਾ, ਸ਼ਿਵ, ਉਹਨਾਂ ਨੂੰ ਕਹਿ ਰਹੇ ਉਹ ਇੱਕ ਦੀਪਕ ਹੈ। ਠੀਕ ਹੈ। ਭਗਵਾਨ ਸ਼ਿਵ ਕੌਣ ਹੈ? ਇੱਕ ਜਲਦਾ ਹੋਇਆ ਦੀਪਕ ਹੈ, ਪ੍ਰਕਾਸ਼ ਕਰਦਾ ਹੋਇਆ ਦੀਪਕ ਹੈ। ਹਰ ਦਾ ਅਰਥ ਕੀ ਹੈ? ਭਗਵਾਨ ਸ਼ਿਵ। ਠੀਕ ਹੈ। ਭਗਵਾਨ ਸ਼ਿਵ ਕਹਿੰਦੇ ਆ ਕਿ ਗਿਆਨ ਪ੍ਰਦੀਪ ਹੈ। ਉਹ ਕਿਹੋ ਜਿਹਾ? ਗਿਆਨ ਪ੍ਰਦੀਪ, ਗਿਆਨ ਰੂਪੀ ਦੀਵਾ। ਠੀਕ ਹੈ। ਪ੍ਰਦੀਪ ਵਿਸ਼ੇਸ਼ ਕਰਕੇ ਮਤਲਬ ਪ੍ਰਕਾਸ਼ ਕਰਨ ਵਾਲਾ, ਗਿਆਨ ਪ੍ਰਦੀਪ ਹੈ। ਔਰ ਸਦਾ ਲਸ਼ਕੇ, ਇਹੋ ਜਿਹਾ ਗਿਆਨ ਪ੍ਰਦੀਪ ਹੈ ਕਿ ਸਦਾ, ਜਿਵੇਂ ਪਿੱਛੇ ਕਹਿ ਕੇ ਆਏ, ਸਮਝ ਗਏ। ਇਹ ਕਵੀ ਦੀ ਆਪਣੀ ਜਿਹੜੀ ਆ ਮਤਲਬ ਗਹਿਰਾਈ ਹੈ ਕਿ ਉਹ ਕਹਿੰਦੇ ਜਿਹੜੇ ਭਗਵਾਨ ਸ਼ਿਵ ਐਸਾ ਪ੍ਰਦੀਪ ਹੈ ਸਦਾ ਲਸ਼ਕੇ, ਇਹ ਨਹੀਂ ਵੀ ਅੱਜ ਪ੍ਰਕਾਸ਼ ਹੈ ਤੇ ਕੱਲ ਨੂੰ ਨਹੀਂ ਹੈ। ਸਮਝ ਗਏ। ਜਿਹੜੀ ਉਹ ਗੱਲ ਆਈ ਨਾ
महादेव को कह सदा से निरंकार का चीनत नह ਭੇਵਾ। ਸਮਝ ਗਏ? ਉਹਦੀ ਗੱਲ ਇੱਥੇ ਚੱਲ ਰਹੀ ਆ, ਸਮਝ ਗਏ? ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ। ਉਹਨੂੰ ਸਪਸ਼ਟ ਕਰ ਰਿਹਾ ਕਵੀ ਜੀ ਇੱਥੇ ਮਹਾਰਾਜ। ਉਹ ਕੈਸੇ ਹੈ ਭਗਵਾਨ ਸ਼ਿਵ? ਗਿਆਨ ਪ੍ਰਦੀਪ ਸਦਾ। ਭਾਵ ਲੋਕ ਸਮਝ ਨਹੀਂ ਪਾਉਂਦੇ ਨਾ, ਉਹ ਕੇਵਲ ਸਗੁਣ ਦਾ ਸਰੂਪ ਦੇਖ ਕੇ ਬਸ ਉਹਦੇ ਚ ਰਹਿ ਜਾਂਦੇ ਆ ਕਿ ਉਹ ਸ਼ਿਵ ਕੌਣ ਹੈ। ਸਮਝ ਗਏ? ਸ਼ਿਵ ਦਾ ਅਰਥ ਕਹਿੰਦੇ ਲੋਕ ਸਮਝ ਨਹੀਂ ਪਾਉਂਦੇ। शिव कौन है? निरंकार। समझ गए? निरंकार का चिंतन है पेव महादेव को कहत सदा शिव। ठीक है? क्योंकि जो व्यवहार विच मूर्ति धारण की हुई ना, शिव स्वरूप धारण किया होया वा, वो वास्तविक नहीं है। उत्थे कहने का मतलब की है भी स्वरूप उसे का ही है भी। समझ गए? ब्रह्मा विष्णु महेश उसे का ही स्वरूप है, पर निरंकार का चिंतन है पे वो दर्शन किदे करने आ? निरंकार दे भी है। निरंकार इहो ही है। समझ गए? इहो ही निरंकार है। तो जड़ा नूं निरंकार मनदा ओहदा आपां क्यों खंडन करदे? समझ गए? जड़ा आंदा भी ये मेरा निरंकार मेरा इष्ट है, आपां ने ओहदा क्यों खंडन करदे आपां? क्योंकि निरंकार का चिंतन है पे वो आपां खुद नहीं जानिया। समझ गए? जड़ा ओनू परमात्मा समझ के पूज रहा कि नहीं, ਉਹਦਾ ਆਪਾਂ ਖੰਡਨ ਕਰ ਰਿਹਾ ਕਿ ਨਹੀਂ? ਆਪਣਾ ਉੱਤੇ ਮੱਥਾ ਟੇਕਣ ਨੂੰ ਜੀ ਕਰਦਾ ਹੈ? ਨਹੀਂ ਕਰਦਾ। ਸਮਝ ਗਏ? ਕਿਉਂ? ਨਿਰੰਕਾਰ ਕਾ ਚਿੰਤਨ ਹੈ ਭੇਵ। ਆਪਾਂ ਕੌਣ ਆ? ਮਹਾਦੇਵ ਕੋ ਕਹਿਤ ਸਦਾ ਸ਼ਿਵ। ਕਹਿੰਦੇ ਆਪਾਂ ਉਹਨਾਂ ਨੂੰ ਆ। ਆਪਾਂ ਕੌਣ ਆ? ਆਪਾਂ ਆ ਮਹਾਦੇਵ ਕੋ ਕਹਿਤ ਸਦਾ ਸ਼ਿਵ। ਨਿਰੰਕਾਰ ਕਾ ਚਿੰਤਨ ਹੈ ਭੇਵ। ਜੇ ਆਪਾਂ ਚੀਨਿਆ ਹੁੰਦਾ ਤੇ ਆਪਾਂ ਉੱਥੇ ਸ਼ੰਕਾ ਕਿਉਂ ਹੁੰਦੀ? ਆਪਾਂ ਵੀ ਉੱਥੇ ਹੀ ਖੜੇ ਆ। ਨਿਰੰਕਾਰ ਕਾ ਚਿੰਤਨ ਹੈ ਭੇਵ ਕਹਿੰਦੇ ਆਪਾਂ ਉਹਨਾਂ ਨੂੰ ਆ। है आपा महादेव को कह सदा से। वो तो कहते परमात्मा है। समझ गए? वो की कहते हैं मेरा इष्ट है, मेरा परमात्मा, मेरा रब है। आपा कहते हैं ये महादेव है, ये रब नहीं हो सकता। आपा कहते हैं कि नहीं बाबा टकसाली जी? वो नहीं कह रहा, आपा कह रहे हो तो कहता मेरा परमात्मा है। आपा कहते नहीं परमात्मा नहीं हो सकता। क्यों नहीं हो सकता? क्योंकि जानिया नहीं निरंकार का चिंतन है। फिर जे जानिया होंदा ते आपां क्यों कहंदे? वो तो जिहड़ा पूज रहा वो तो कह रहा भी मेरा परमात्मा है। आपां कहने गुरु नानक मेरा परमात्मा, वो कहंदा नहीं। अपनी गल नहीं वो भी कहंदा ना, वो कहंदा नहीं परमात्मा मेरा वो आ जिहड़ा मंदिर जाए नहीं हो सकता, गुरुद्वारे वाला नहीं है। समझ गए? गल तो उत्थे ही खड़ी दोवें पासे। हाँ जी, हाँ बस 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 गल इत्थे गल ओही आ। गल ओही आ भी आपां देखो अपनी गल गहराई आपां देखनी आ भी आपां 24 साहब पढ़ते रहने हैं कि नहीं? आपां पंक्तियां पढ़ी जाने हैं कि नहीं? ते पर ओहदियां ਉਹ ਪੰਕਤੀਆਂ ਇੱਥੇ ਐ ਨਹੀਂ ਵੀ ਆ ਗ੍ਰੰਥ ਪੜ੍ਹ ਲੇ ਤਾਂ ਹੀ ਕਹਿੰਦੇ ਇਹਨਾਂ ਗ੍ਰੰਥਾਂ ਨੂੰ ਪੜ੍ਹਨ ਦਾ ਮਤਲਬ ਇਹ ਨਹੀਂ ਹੈਗਾ ਕਿ ਪੜ੍ਹਨੇ ਆ, ਕਥਾ ਕਰਨੀ ਆ, ਇਹ ਰਟਨੇ ਆ। ਉਹਨਾਂ ਦਾ ਮਤਲਬ ਜਾਣਨਾ ਹੈ, ਆਪਣੇ ਆਪ ਨੂੰ ਜਾਣਨਾ ਹੈ। ਭਾਵੇਂ ਗੁਰਬਾਣੀ ਨੇ ਜਾਣ ਲਓ, ਭਾਵੇਂ ਇਹਦੇ ਨਾਲ ਜਾਣ ਲਓ। ਹੁਣ ਇਹਦਾ ਹੀ ਤੇ ਉਹਦੇ 'ਚ ਕੋਈ ਸਿਧਾਂਤ 'ਚ ਫਰਕ ਪੈ ਰਿਹਾ? ਨਹੀਂ ਨਾ ਪੈ ਰਿਹਾ ਫਰਕ। ਤੇ ਭਰਮ ਦੀ ਤਾਂ ਗੱਲ ਕਰ ਰਹੇ, ਹੋਰ ਕੀ ਕਹਿ ਰਹੇ? ਉਹੀ ਤੇ ਕਹਿ ਰਿਹਾ ਵੀ ਭਰਮ ਪਿਆ ਹੋਇਆ ਬਾਹਰ। ਇਹੋ ਤੇ ਕਹਿ ਰਿਹਾ ਵੀ ਯਾਰ ਭਰਮ ਕੱਢੋ। ਇਹੋ ਤੇ ਕਹਿ ਰਿਹਾ ਆਪਾਂ ਨੂੰ ਕਿ ਨਿਰੰਕਾਰ ਕਾ ਚਿੰਤਨ ਹੈ। ਉਹ ਕਿਹਨੂੰ ਕਹਿੰਦੇ ਆ? ਉਹ ਚੌਪੀ ਉਹਨਾਂ ਸਿੱਖਾਂ ਵਾਸਤੇ ਉਚਾਰੀ ਹੈ, ਬਾਹਮਣ ਵਾਸਤੇ ਨਹੀਂ ਉਚਾਰੀ। ਸਿੱਖਾਂ ਨੂੰ ਕਹਿ ਰਹੇ ਤਾਂ ਤੁਹਾਨੂੰ ਭਰਮ ਪੈ ਗਿਆ ਕਿ ਤੁਸੀਂ ਕੱਢੋ ਆਪਦਾ। ਸਮਝ ਗਏ? ਉਹ ਦੂਜਿਆਂ ਨੂੰ ਸੁਣਾਉਣ ਵਾਸਤੇ ਨਹੀਂ ਹੈਗੇ, ਆਪਾਂ ਨੂੰ ਕਹਿ ਰਹੇ ਆ। ਇਹ ਨਹੀਂ ਵੀ ਚੌਪੀ ਦੇ ਹੱਥ ਕਰਕੇ ਉਹਨਾਂ ਨੂੰ ਸੁਣਾਓ। ਚੌਪੀ ਕਿਹਦੇ ਵਾਸਤੇ ਆ? ਆਪਣੇ ਵਾਸਤੇ ਕਿ ਉਹਨਾਂ ਵਾਸਤੇ ਆ? ਬਾਣੀ ਆਪਾਂ ਨੂੰ ਦਿੱਤੀ ਹੈ ਕਿ ਉਹਨਾਂ ਨੂੰ ਦਿੱਤੀ ਆ? ਆਪਾਂ ਮੰਨਦੇ ਆ ਕਿ ਨਹੀਂ ਆਪਣੇ ਆਪਣੇ ਗੁਰੂ ਦੀ ਬਾਣੀ ਆ, ਉਹਨਾਂ ਦੇ ਗੁਰੂ ਦੀ ਬਾਣੀ ਤੇ ਨਹੀਂ ਆ। ਹਾਂ, ਤੇ ਆਪਣਾ ਗੁਰੂ ਆਪਾਂ ਨੂੰ ਕਹੂਗਾ ਜਾਂ ਉਹਨਾਂ ਨੂੰ ਸਮਝਾਊਗਾ? ਬਾਣੀ ਆਪਣੇ ਦੁਆਰਾ ਉਹਨਾਂ ਨੂੰ ਸੁਣਾਊਗਾ, ਆਪਾਂ ਨੂੰ ਕਹੇਗਾ। ਹਾਂ, ਇਹੋ ਹੀ ਗੱਲ ਹੈ ਫਿਰ। ਹਾਂਜੀ, ਹਰ ਗਿਆਨ ਪ੍ਰਦੀਪ ਸਦਾ ਲਸਕੇ। ਹਰ ਜਿਹੜੇ ਭਗਵਾਨ ਸ਼ਿਵ ਹੈ ਉਹ ਕਹਿੰਦੇ ਆ ਵੀ ਗਿਆਨ ਪ੍ਰਦੀਪ ਹੈ, ਗਿਆਨ ਰੂਪੀ ਪ੍ਰਦੀਪ ਹੈ, ਸਦਾ ਨਿੱਤ ਪ੍ਰਕਾਸ਼ ਕਰਨ ਵਾਲੇ। ਉਹ ਕਿੰਨਾਂ ਨੂੰ ਪ੍ਰਕਾਸ਼ ਕਰਦੇ ਆ? ਕਿੱਥੇ ਰਹਿੰਦੇ ਆ? ਠੀਕ ਹੈ, ਪ੍ਰਦੀਪ ਜਿਹੜਾ ਹੈ ਨਾ ਦੀਵਾ, ਉਹਦਾ ਕੋਈ ਸਰੂਪ ਹੈ ਕਿ ਕਿੰਨੇ ਬਣਾਇਆ, ਕਿਹੋ ਜਿਹਾ ਆ, ਕਿੱਥੇ ਆ? ਤੇ ਕਹਿੰਦੇ ਮਨ ਮੰਦਰ
ਜੋਗਿਨ ਕੇ ਕਿੰਨਾ ਤੇ ਰਹਿੰਦੇ ਆ? ਯੋਗੀਆਂ ਦੇ ਮਨ ਰੂਪੀ ਮੰਦਰ 'ਚ ਰਹਿੰਦੇ ਆ। ਠੀਕ ਹੈ। ਤੇ ਯੋਗੀਆਂ ਦਾ ਮਨ ਹੀ ਜਿਹੜਾ ਹੈ ਨਾ, ਯੋਗੀ ਦੇ ਨਿਵਾਸ ਹੋ ਗਿਆ ਉਹਨਾਂ ਦਾ। ਯੋਗੀ ਦਾ ਅਰਥ ਕੀ ਹੈ? ਜੁੜਿਆ ਹੋਇਆ। ਯੋਗੀ ਦਾ ਅਰਥ ਕੀ ਹੈ? ਜੁੜਿਆ ਹੋਇਆ। ਯੋਗ ਦਾ ਅਰਥ ਕੀ ਹੈ? ਯੋਗ ਕਰਨ ਵਾਲਾ ਯੋਗੀ ਹੁੰਦਾ ਕਿ ਨਹੀਂ? ਯੋਗ ਦਾ ਅਰਥ ਕੀ ਹੈ? ਹਾਂਜੀ, ਜੋੜ ਦਾ ਅਰਥ ਥੋੜੀ ਯੋਗ ਹੁੰਦਾ ਹੈ। ਯੋਗ ਦਾ ਅਰਥ ਕੀ ਹੈ? ਯੋਗ ਦਾ ਅਰਥ ਹਠ ਯੋਗ ਵੀ ਹੈ, ਅਸ਼ਟਾਂਗ ਯੋਗ ਵੀ ਹੈ ਕਿ ਨਹੀਂ ਅਰਥ? ਅਸ਼ਟਾਂਗ ਯੋਗ, 8 ਜਿਹੜੇ ਸਾਧਨ ਨੇ ਉਹ ਵੀ ਯੋਗ ਹੈ। ਠੀਕ ਹੈ। ਯੋਗ ਦਾ ਅਰਥ ਕੀ ਹੈ? ਸੰਬੰਧ। ਇਹੋ ਹੀ ਕਹੋਗੇ ਨਾ, ਸੰਬੰਧ। ਹਾਂਜੀ ਮਹਾਰਾਜ ਜੀ, ਜਥੇਦਾਰ ਜੀ, ਹਾਂਜੀ ਹਾਂਜੀ ਪੰਜ ਯੋਗ ਦਾ ਅਰਥ ਕੀ ਹੈ ਮਹਾਰਾਜ ਜੀ? ਆਪ ਕੀ ਕਰੋ ਕਿਰਪਾ ਹੋ ਰਹੀ ਦੱਸੋ। ਫਿਰ ਵੀ ਅਮਰਿੰਦਰ ਸਿੰਘ ਜੀ, ਬਾਬਾ ਟਕਸਾਲੀ ਜੀ ਕਹਿੰਦਾ ਤੁਸੀਂ ਦੱਸੋ। ਸ਼ਾਸਤਰ ਅਰਥ ਵੀ ਚੱਲ ਰਿਹਾ ਨਾਲ ਨਾਲ ਹੈ। ਤੇ ਯੋਗ ਦਾ ਅਰਥ ਕੀ ਹੈ? ਸੰਸਾਰਕ ਦੁੱਖ ਨਾਲ ਵਿਯੋਗ। ਸਮਝ ਗਏ? ਸੰਸਾਰ ਕੀ ਹੈ? ਦੁੱਖ ਰੂਪ ਹੈ। ਸੰਸਾਰ ਕੀ ਹੈ? ਦੁੱਖ ਰੂਪ ਹੈ। ਤੇ ਦੁੱਖ ਦਾ ਵਿਯੋਗ ਹੀ ਯੋਗ ਹੈ। ਦੁੱਖ ਦਾ ਵਿਯੋਗ ਯੋਗ ਹੈ। ਸਮਝ ਗਏ? ਸੰਸਾਰ ਹੈ ਦੁੱਖ, ਦੁੱਖ ਨਾਲੋਂ ਵਿਯੋਗ ਕੀ ਹੈ? ਯੋਗ। ਸਮਝੇ? ਹਾਂਜੀ ਹਾਂਜੀ ਮਹਾਰਾਜ। ਹਾਂ, ਭਾਵ ਦੁੱਖ ਦਾ ਅਰਥ ਕੀ ਹੈ? ਵਿਯੋਗ, ਵਿਛੋੜਾ। ਕਿਹਦੇ ਨਾਲੋਂ? ਦੁੱਖ ਨਾਲੋਂ। ਦੁੱਖ ਕੀ ਹੈ? ਸੰਸਾਰ। ਇਹ ਹੁੰਦੇ ਆ ਜਿਹੜੇ ਐਸੇ ਯੋਗ ਵਾਲੇ, ਉਹਨਾਂ ਨੂੰ ਕਹਿੰਦੇ ਆ ਯੋਗੀ। ਉਹਨਾਂ ਦੇ ਹਿਰਦੇ 'ਚ ਨਿਵਾਸ ਹੈ ਉਸ ਗਿਆਨ ਪ੍ਰਦੀਪ ਦਾ। ਸਮਝ ਗਏ? ਆਪਾਂ ਕੌਣ ਆ? ਯੋਗੀ ਨਹੀਂ ਆਪ, ਕਿਉਂਕਿ ਆਪਾਂ ਸੰਸਾਰ ਨੂੰ ਦੁੱਖ ਮੰਨਦੇ ਹੀ ਨਹੀਂ ਨਾ। ਸਮਝ ਗਏ? ਆਪਾਂ ਸੰਸਾਰ ਨੂੰ ਦੁੱਖ ਮੰਨਦੇ ਆ? ਕਦੀ ਵੀ ਨਹੀਂ ਮੰਨਦੇ। ਜਦੋਂ ਆਪਾਂ ਸੰਸਾਰ ਨੂੰ ਦੁੱਖ ਮੰਨ ਲਿਆ, ਉਦੋਂ ਸੰਸਾਰ ਛੁੱਟ ਜਾਏਗਾ ਤੇ ਆਪਣਾ ਯੋਗ ਹੋ ਜਾਏਗਾ। ਸਮਝ ਗਏ? ਦੁੱਖ ਮੰਨੇ ਨਹੀਂ। ਯੋਗ ਦਾ ਮਾਰੇ ਇੱਥੇ ਸੰਬੰਧ ਹੀ ਲੈਣਾ। ਸੰਬੰਧ ਵਿਯੋਗ। ਇਹਦੇ ਨਾਲ ਵਿਯੋਗ, ਦੁੱਖ ਨਾਲ ਵਿਯੋਗ। ਦੁੱਖ ਕੌਣ ਹੈ? ਸੰਸਾਰ। ਤੇ ਆਪਾਂ ਯੋਗੀ ਨਹੀਂ ਹੈਗੇ। ਸਮਝ ਗਏ? ਯੋਗੀਆਂ ਦੀ ਗੱਲ ਚੱਲ ਰਹੀ ਹੈ। ਤਾਂ ਆਪਾਂ ਨੂੰ ਕਹਿੰਦੇ ਮਹਾਰਾਜ ਚੀਨ ਤਰੰਕਾਰ ਕਾ ਚੀਨਤ ਨਹੀਂ ਤੇ ਵਾ, ਕਿਉਂਕਿ ਆਪਾਂ ਯੋਗੀ ਨਹੀਂ ਹੈ। ਜਿਹੜੇ ਯੋਗੀ ਆ ਉਹ ਜਾਣਦੇ ਆ ਭੇਦ। ਉਹ ਨਹੀਂ ਕਹਿੰਦੇ ਮਹਾਦੇਵ ਕੋ ਕਹਿ ਸਦਾ, ਉਹ ਨਹੀਂ ਕਹਿੰਦੇ। ਉਹ ਜਾਣਦੇ ਆ ਨਾ, ਉਹਨਾਂ ਦੇ ਹਿਰਦੇ 'ਚ ਬੈਠਾ ਆ ਭੇਦ ਹੋਏ ਪਏ। ਆਪਾਂ ਨਹੀਂ ਗੱਲ ਕਰਦੇ ਆ ਕਿਹਦੀ? ਜਗਿਆਸੂ ਦੀ। ਸਮਝ ਗਏ? ਕਿਹਦੀ ਗੱਲ ਕਰਦੇ ਆ? ਜਗਿਆਸੂ ਦੀ। ਉੱਥੇ ਡਾਂਟਦੇ ਨਹੀਂ ਕਿਸੇ ਨੂੰ। ਮਹਾਰਾਜ ਕਿਹਨੂੰ ਕਹਿੰਦੇ ਆ? ਜਗਿਆਸੂ ਨੂੰ। ਕਿਉਂਕਿ ਜਗਿਆਸੂ ਯਤਨ ਕਰ ਰਿਹਾ ਵਾ। ਸਮਝ ਗਏ? ਉਹ ਸਾਧਨਾ 'ਚ ਚੱਲ ਰਿਹਾ। ਜਗਿਆਸੂ ਜਿਹੜਾ ਆ ਉਹ ਕੀ ਆ? ਨਾ ਉਹ ਅਗਿਆਨੀ ਹੈ, ਨਾ ਉਹ ਗਿਆਨੀ ਹੈ। ਸਮਝ ਗਏ? ਤੇ ਉਹ ਮਹਾਰਾਜ ਉਸ ਜਗਿਆਸੂ ਦੀ ਅਵਸਥਾ ਵੀ, ਜਗਿਆਸੂ ਜਿਹੜਾ ਯਤਨ ਕਰ ਰਿਹਾ, ਨਾ ਉਹ ਗਿਆਨੀ ਹੈ, ਨਾ ਉਹ ਅਗਿਆਨੀ ਹੈ। ਸਮਝ ਗਏ? ਜਾਂ ਤੇ ਉਹ ਇਹ ਵੀ ਨਹੀਂ, ਉਹ ਜਾਂ ਇਹ ਬਿਲਕੁਲ ਹੀ ਨਹੀਂ ਵੀ ਉਹ ਅਗਿਆਨੀ, ਉਹਨੂੰ ਪਤਾ ਹੀ ਨਹੀਂ ਵੀ ਇਹ ਕੌਣ ਹੈ ਮੰਦਰ 'ਚ। ਠੀਕ ਹੈ? ਸ਼ਿਵਲਿੰਗ ਹੈ ਨਾ ਮੰਦਰ 'ਚ, ਇਹ ਨਹੀਂ ਵੀ ਉਹ ਬਿਲਕੁਲ ਅਣਜਾਣ, ਨੂੰ ਪਤਾ ਹੀ ਨਹੀਂ ਵੀ ਕੀ ਹੈ। ਪਤਾ ਹੈ ਉਹਨੂੰ, ਪਰ ਇਹ ਨਹੀਂ ਪਤਾ, ਪੂਰਾ ਨਹੀਂ ਪਤਾ ਵੀ ਕੀ ਹੈ। ਪਤਾ ਹੈ ਪਰ ਇਹ ਨਹੀਂ ਪਤਾ ਵੀ ਕੀ, ਪੂਰਾ ਨਹੀਂ ਪਤਾ। ਸਮਝ ਗਏ? ਗੁਰਦੁਆਰੇ 'ਚ ਪਤਾ ਆ ਵੀ ਗੁਰੂ ਨਾਨਕ ਮਹਾਰਾਜ ਹੈ, ਪਰ ਦੂਜੇ ਮਤ ਵਾਲਾ ਉਹਨੂੰ ਇਹ ਤਾਂ ਪਤਾ ਹੈ, ਪਰ ਇਹ ਨਹੀਂ ਅਸਲੀ ਪਤਾ ਵੀ ਇਹ ਕੀ ਹੈ। ਅਸਲੀਅਤ ਨਹੀਂ ਪਤਾ, ਥੋੜਾ ਪਤਾ ਹੈ। ਇਹ ਕਹਿ ਰਿਹਾ ਜਾਨੀ ਜਗਿਆਸੂ ਇਸ ਤਰ੍ਹਾਂ ਕਰਦਾ, ਲੇਕਿਨ ਉਹ ਜਿਹੜਾ ਗਿਆਨ ਪ੍ਰਦੀਪ ਹੈ ਉਹ ਕਿਹਦੇ 'ਚ ਹੈ? ਮਨ ਮੰਦਰ ਯੋਗਿਨ ਕੇ ਵਸ ਕੇ। ਉਹ ਕਿੱਥੇ ਪ੍ਰਕਾਸ਼ ਕਰ ਰਿਹਾ? ਯੋਗੀਆਂ ਦੇ ਮਨ ਰੂਪੀ ਮੰਦਰ ਵਿੱਚ ਨਿਵਾਸ ਕਰਕੇ। ਉਹਨਾਂ ਦੇ ਮੰਦਰ 'ਚ ਨਿਵਾਸ ਕਰਕੇ ਕਿਹਨੂੰ ਪ੍ਰਕਾਸ਼ ਕਰ ਰਹੇ? ਗਿਆਨ। ਕਮਾਲ ਹੈ। ਇਹੋ ਜਿਹਾ ਅਰਥ ਦੇ ਰਹੇ। ਜਿਹੜਾ ਗਿਆਨ ਹੈ ਉਹ ਗਿਆਨ ਨੂੰ ਪ੍ਰਕਾਸ਼ ਕਰੇਗਾ। ਗਿਆਨ ਸਰੂਪ ਤੇ ਖੁਦ ਆ, ਉਹ ਪ੍ਰਕਾਸ਼ ਕਿਹਨੂੰ ਕਰੇਗਾ?
ਔਰ ਜਿਹੜਾ ਪ੍ਰਕਾਸ਼ ਰੂਪ ਜਿਹੜਾ ਖੁਦ ਹੀ ਗਿਆਨ ਹੈ ਉਹ ਪ੍ਰਕਾਸ਼ ਕਿਹਨੂੰ ਕਰੇਗਾ? ਮਨ ਮੰਦਰ ਚ ਰਹਿ ਕੇ ਉਹਨਾਂ ਦੇ ਮਨ ਰੂਪੀ ਮੰਦਰ ਚ ਨਿਵਾਸ ਕਰਕੇ ਤੇ ਕਿਹਨੂੰ ਪ੍ਰਕਾਸ਼ ਕਰ ਰਿਹਾ ਹੈ? ਹੈਂ? ਖੁਦ ਤੇ ਪ੍ਰਕਾਸ਼ ਸਰੂਪ ਹੈ। ਜੇ ਕਹਾਂਗੇ ਖੁਦ ਨੂੰ ਪ੍ਰਕਾਸ਼ ਕਰਦਾ, ਖੁਦ ਤੇ ਪ੍ਰਕਾਸ਼ ਰੂਪ ਹੀ ਹੈ। ਫਿਰ ਮਹਾਰਾਜ ਜਿਹੜਾ ਪ੍ਰਕਾਸ਼ ਉਹਨੂੰ ਪ੍ਰਕਾਸ਼ ਕਰਦੇ। ਪ੍ਰਕਾਸ਼ ਨੂੰ ਜਿਹੜਾ ਹੈ ਹੀ ਪ੍ਰਕਾਸ਼ ਨੂੰ ਕੀ ਕਵਾਂਗੇ? ਜਗਤ ਨੂੰ ਪ੍ਰਕਾਸ਼ ਕਰ ਰਿਹਾ ਹੈ। ਪਿੱਛੇ ਦੱਸ ਕੇ ਤੇ ਆਏ ਆ, ਰੱਬ ਸੱਸ ਨੂੰ ਪ੍ਰਕਾਸ਼ ਕਰ ਰਿਹਾ ਕਿ ਨਹੀਂ? ਉਹ ਤਾਂ ਖੁਦ ਪ੍ਰਕਾਸ਼ ਰੂਪ ਹੈ। ਵੀ ਮਹਾਰਾਜ ਮਨ ਦੇ ਵਿੱਚ ਕਿਹਨੂੰ ਪ੍ਰਕਾਸ਼ ਕਰ ਮਨ ਦੇ ਵਿੱਚ ਉਹ ਤਾਂ ਰਹਿਣ ਦਾ ਟਿਕਾਣਾ ਦੱਸਿਆ ਨਾ, ਤੇ ਮਨ ਨੂੰ ਵੀ ਉਹੀ ਪ੍ਰਕਾਸ਼ਿਤ ਕਰ ਰਿਹਾ ਆ। ਸਮਝ ਗਏ? ਵੈਸੇ ਆਮ ਜਿਹੜਾ ਦੀਵਾ, ਦੀਵੇ ਥੱਲੇ ਹਨੇਰਾ, ਮੇਰਾ ਸਮਝ ਗਏ? ਪਰ ਇਹ ਦੀਵਾ ਇਹੋ ਜਿਹਾ ਨਹੀਂ ਆ। ਮਨ ਕੀ ਆ? ਮਨ ਦੇ ਵਿੱਚ ਰਹਿ ਰਿਹਾ ਕਿ ਨਹੀਂ? ਮਨ ਦੇ ਵਿੱਚ ਰਹਿ ਰਿਹਾ ਹੈ। ਤੇ ਇਹ ਨਹੀਂ ਵੀ ਮਨ ਦੇ ਵਿੱਚ ਰਹਿ ਕੇ ਜਿਹੜਾ ਉਹ ਆਸੇ ਪਾਸੇ ਵਾਲਾ ਨੂੰ ਪ੍ਰਕਾਸ਼ ਕਰੂਗਾ ਮਨ ਰਹਿ ਜਾਏਗਾ। ਸਮਝ ਗਏ? ਭਾਵ ਉਹਦੇ ਯੋਗੀ ਦੇ ਸਰੀਰ ਦੇ ਸਮੇਤ ਸਾਰੇ ਪ੍ਰਪੰਚ ਨੂੰ ਪ੍ਰਕਾਸ਼ ਕਰ ਰਿਹਾ। ਸਮਝ ਗਏ? ਆਪ ਤੇ ਪ੍ਰਕਾਸ਼ ਰੂਪ ਹੈਗਾ ਹੀ ਆ, ਤੇ ਸਾਰੇ ਪ੍ਰਪੰਚ ਨੂੰ ਪ੍ਰਕਾਸ਼ ਕਰ ਰਿਹਾ। ਤੇ ਕਹਿੰਦੇ ਆ ਵੀ ਜਿਹੜਾ ਦੀਵਾ ਆ ਨਾ, ਉਹ ਤਾਂ ਜਗਾਇਆ ਜਾਂਦਾ ਵਾ ਵੀ ਉਹ ਤੋਂ ਪਹਿਲਾਂ ਹਨੇਰਾ ਹੁੰਦਾ ਉੱਥੇ। ਠੀਕ ਹੈ? ਤੇ ਯੋਗੀਆਂ ਦੇ ਹਿਰਦੇ ਚ ਕਿਉਂ ਆ ਕੇ ਜਗਦਾ ਆ? ਪਹਿਲਾਂ ਉੱਥੇ ਹਨੇਰਾ ਸੀ, ਤਾਂ ਹੀ ਜਗਿਆ ਨਾ। ਉਹ ਜਗਾਉਣ ਦੀ ਲੋੜ ਕਿਉਂ ਪਈ ਕਿ ਉੱਥੇ ਹਨੇਰਾ ਹੋਊਗਾ ਕੋਈ? ਤੇ ਕਹਿੰਦੇ ਹਨੇਰਾ ਹੈਗਾ ਸੀ। ਕਿਹੜਾ ਹਨੇਰਾ ਸੀ? ਬਹੁ ਮੋਹ ਉਦੇ ਜੋ ਹਿਰਦੇ ਤਿਨਕੇ ਭਾਵ ਉਹਨਾਂ ਜੋਗੀਆਂ ਦੇ ਹਿਰਦੇ ਵਿੱਚ। ਠੀਕ ਹੈ? ਉਹਨਾਂ ਜੋਗੀਆਂ ਦੇ ਹਿਰਦੇ ਵਿੱਚ ਗਿਆਨ ਸਾਖਾਤਕਾਰ ਤੋਂ ਪਹਿਲਾਂ ਕੀ ਸੀ? ਬਹੁ ਮੋਹ। ਠੀਕ ਹੈ? ਪ੍ਰਪੰਚ ਦਾ ਮੋਹ ਉਹਨਾਂ ਦੇ ਹਿਰਦੇ ਵਿੱਚ ਮੋਹ ਰੂਪੀ ਅੰਧੇਰਾ ਸੀ। ਉਹਦਾ ਅਰਥ ਕੀ ਹੈ? ਮੋਹ ਰੂਪੀ ਤਾਮ ਸੀ ਉਹਨਾਂ ਦੇ ਹਿਰਦੇ ਵਿੱਚ ਪਹਿਲਾਂ। ਜਿੰਨਾ ਜਿਹੜਾ ਦੀਵਾ ਪ੍ਰਕਾਸ਼ ਨਹੀਂ ਹੋਇਆ, ਤੋਂ ਪਹਿਲਾਂ ਕੀ ਉਹਨਾਂ ਦੇ ਹਿਰਦੇ ਚ? ਮੋਹ ਰੂਪੀ ਅੰਧੇਰਾ ਸੀ। ਠੀਕ ਹੈ? ਹਿਰਦੇ ਤਿਨਕੇ ਕਿਹਨਾਂ ਦੇ ਹਿਰਦੇ? ਯੋਗੀਆਂ ਦੇ। ਉਹਨਾਂ ਯੋਗੀਆਂ ਦੇ ਹਿਰਦੇ ਵਿੱਚ ਪਹਿਲਾਂ ਮੋਹ ਸੀ। ਕਦੋਂ? ਭਾਵ ਇਸ ਦੀਵੇ ਦੇ ਉਦੇ ਹੋਣ ਤੋਂ ਪਹਿਲਾਂ। ਠੀਕ ਹੈ? ਗਿਆਨ ਸਾਖਾਤਕਾਰ ਹੋਣ ਤੋਂ ਪਹਿਲਾਂ ਮੋਹ ਉਹਨਾਂ ਦੇ ਹਿਰਦੇ ਵਿੱਚ ਪ੍ਰਪੰਚ ਦਾ ਮੋਹ ਸੀ। ਸਮਝ ਗਏ? ਮੋਹ ਰੂਪੀ ਹਨੇਰਾ ਸੀ। ਤਮ ਪੁੰਜ, ਤਮ ਹਨੇਰਾ, ਪੁੰਜ ਭਾਵ ਸਮੂਹ ਪਦਾਰਥਾਂ ਦਾ ਮੋਹ ਰੂਪੀ ਤਮ ਸੀ ਉਹਨਾਂ ਦੇ ਹਿਰਦੇ ਵਿੱਚ। ਸਮਝ ਗਏ? ਪੁੰਜ ਦਾ ਅਰਥ ਕੀ ਹੁੰਦਾ? ਸਮੂਹ। ਤੇ ਸਮੂਹ ਪ੍ਰਪੰਚ ਜਿਹੜਾ ਆ ਇਹਦਾ ਕੀ ਸੀ ਉਹਨਾਂ ਦੇ ਵਿੱਚ? ਮੋਹ ਰੂਪੀ ਤਮ। ਤਿੰਨ ਹਨ ਕੇ, ਉਸ ਮੋਹ ਨੂੰ ਹਨ ਕੇ, ਨਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਹੈ। ਠੀਕ ਹੈ? ਸਪਸ਼ਟ ਹੋ ਗਿਆ? ਤਾਂ ਮਹਾਰਾਜ ਉਹਨਾਂ ਯੋਗੀਆਂ ਦੇ ਹਿਰਦੇ ਵਿੱਚ ਗਿਆਨ ਸਾਖਾਤਕਾਰ ਤੋਂ ਪਹਿਲਾਂ ਜਿਹੜਾ ਤਮ ਦਾ ਅਰਥ ਹੈ ਹਨੇਰਾ, ਪੁੰਜ ਮਤਲਬ ਸਮੂਹ ਪਦਾਰਥਾਂ ਦੇ ਮੋਹ ਰੂਪੀ ਤਮ ਨੂੰ ਉਹਨੇ ਹਨ ਕੇ, ਨਸ਼ਟ ਕਰਕੇ ਪ੍ਰਕਾਸ਼ ਕੀਤਾ ਹੋਇਆ ਹੈ। ਠੀਕ ਹੈ? ਫਿਰ ਕਹਿੰਦੇ ਆ ਵੀ ਇਹ ਤੇ ਬਿਲਕੁਲ ਸਮਝ ਆ ਗਈ ਆ ਵੀ ਉਹਨੇ ਉਹਨਾਂ ਦੇ ਹਿਰਦੇ ਦਾ ਮੋਹ ਜਿਹੜਾ ਨਿਵਰਤ ਕੀਤਾ। ਉਹੋ ਹੀ ਕਹਿੰਦੇ ਆ ਨਾ, ਉਹੀ ਗੱਲ ਹੋ ਗਈ ਨਾ। ਸਮਝ ਆ ਗਈ? ਕਈ ਗੱਲਾਂ ਸਪਸ਼ਟ ਹੋ ਗਈਆਂ ਵੀ ਗੁਰੂ ਕਿਹਨੂੰ ਕਹਿੰਦੇ ਆ? ਜਿਹੜਾ ਮੋਹ ਦਾ ਅੰਧੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ। ਤੇ ਗੁਰੂ ਰੂ ਬ੍ਰਹਮਾ, ਗੁਰੂ ਰੂ ਵਿਸ਼ਨੂੰ, ਗੁਰੂ ਰੂ ਦੇਵੋ ਮਹੇਸ਼ਵਰਾ। ਅਰਥ ਹੋਇਆ ਕਿ ਨਹੀਂ? ਗਿਆਨ ਮਾਰੇ ਨੇ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ ਗੁਰ। ਆ ਕੀ ਆ? ਇਹੀ ਅਰਥ ਹੈ। ਹੋ ਗਿਆ ਕਿ ਨਹੀਂ ਬਾਬੀ ਟਕਸਾਲੀ ਜੀ? ਉਹੀ ਅਰਥ ਖੁੱਲਿਆ ਹੈ, ਉਹੀ ਅਰਥ। ਉਹਨੇ ਗੁਰੂ ਰੂਪ ਹੋ ਕੇ ਕੀਤਾ ਕਿ ਨਹੀਂ ਪ੍ਰਕਾਸ਼? ਤੇ ਗੁਰੂ ਕਿਹੜਾ? ਸ਼ਿਵ ਜੀ ਵੀ ਹੈ। ਇਹ ਆਪਣਾ ਕਥਨ ਨਹੀਂ ਹੈ। ਗੁਰੂ ਰੂ ਬ੍ਰਹਮਾ, ਗੁਰੂ ਰੂ ਵਿਸ਼ਨੂੰ, ਗੁਰੂ ਰੂ ਦੇਵੋ ਮਹੇਸ਼ਵਰਾ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ ਗੁਰ। ਹੈ? ਹਾਂ, ਉਹ ਵੀ ਹੱਥ ਲੱਗ ਜਾਏਗਾ, ਉਹ ਵੀ ਹੱਥ ਲੱਗ ਜਾਏਗਾ, ਉਹ ਵੀ ਹੱਥ ਲੱਗ ਜਾਏਗਾ, ਉਹ ਵੀ ਹੱਥ ਲੱਗੇਗਾ, ਇਹ ਵੀ ਲੱਗੇਗਾ। ਬ੍ਰਹਮਾ ਹੀ ਉਹ ਆ ਤੇ ਬ੍ਰਹਮਾ ਦਾ ਗੁਰੂ ਕਿੱਥੋਂ ਆ ਗਿਆ? ਉਹਦੀ ਕਹਿੰਦੇ ਏਕਾ ਮਾਈ ਜਗਤ ਵਾਈ ਤਨ ਤੇਰੇ ਪ੍ਰਵਾਨ। ਉਹ ਅਰਥ ਕਿੱਧਰ ਲਿਜਾਓਗੇ ਫਿਰ? ਵੀ ਉਹ ਆਪ ਹੀ ਬ੍ਰਹਮਾ, ਆਪ ਹੀ ਵਿਸ਼ਨੂੰ, ਆਪ ਹੀ ਸ਼ਿਵ ਜੀ ਹੈ, ਤੇ ਆਪ ਹੀ ਆਪਣਾ ਗੁਰੂ ਹੈ। ਠੀਕ ਹੈ? ਆਪੇ ਗੁਰ ਚੇਲਾ। ਠੀਕ ਹੈ?
ਆਹੋ ਤੇ ਕਹਿ ਦਿੰਦੇ ਆ ਆਪੇ ਗੁਰ ਚੇਲਾ। ਬ੍ਰਹਮਾ ਵੀ ਆਪ ਤੇ ਆਪਣਾ ਗੁਰੂ ਵੀ ਆਪ, ਸ਼ਿਵ ਜੀ ਵੀ ਆਪ ਤੇ ਆਪਣਾ ਗੁਰੂ ਵੀ ਆਪ। ਚੇਲੇ ਆ ਨਾ, ਚੇਲੇ ਤਿੰਨ ਚੇਲੇ, ਸਮਝ ਗਏ? ਇਹਦੇ ਚੇਲੇ ਆ ਤਿੰਨ ਉਹ, ਆਪਣੇ ਆਪ ਹੀ ਚੇਲੇ, ਆਪਣੇ ਆਪ ਹੀ ਗੁਰੂ ਹੈ। ਉਹ ਆਪ ਹੀ ਚੇਲੇ ਬਣਿਆ ਹੋਇਆ, ਆਪ ਹੀ ਗੁਰੂ ਹੈ, ਆਪੇ ਗੁਰ ਚੇਲਾ। ਇੱਥੇ ਉਹਨਾਂ ਸਪਸ਼ਟ ਦੱਸ ਦਿੱਤਾ ਆਪਾਂ ਨੂੰ, ਉੱਥੇ ਬਣ ਕੇ ਦੱਸ ਦਿੱਤਾ ਵੀ ਆਪ ਹੀ ਮੈਂ ਚੇਲਾ, ਆਪ ਹੀ ਮੈਂ ਗੁਰੂ ਹਾਂ। ਹਾਂਜੀ ਮਹਾਰਾਜ ਜੀ ਦਾ ਧਿਆਨ ਧਰਦੇ ਨੇ ਗੁਰੂ ਹਾਂਜੀ। ਜਿਹੜੇ ਵਿਸ਼ਨੂੰ ਜੀ ਦਾ ਧਿਆਨ ਧਰਦੇ ਨੇ ਹਾਂ ਮਹਾਰਾਜ ਸ਼ਿਵ ਜੀ ਵਿਸ਼ਨੂੰ ਜੀ ਦਾ ਧਿਆਨ ਕਰਦੇ ਆ, ਵਿਸ਼ਨੂੰ ਸ਼ਿਵ ਜੀ ਦਾ ਕਰਦੇ ਧਿਆਨ। ਹਾਂਜੀ। ਤੇ ਫਿਰ ਆਪਣਾ ਹੀ ਧਿਆਨ ਕਰਦੇ ਹੈਗੇ, ਆਪਣਾ ਹੀ ਧਿਆਨ ਕਰਦੇ, ਆਪਣਾ ਹੀ। ਅੱਛਾ, ਤਿੰਨੋਂ ਸਰੂਪ ਇੱਕੋ ਹੀ ਹੈ ਨਾ ਫਿਰ ਉਹ ਤੇ ਹੈ। ਇੱਕ ਦੂਜੇ ਨੂੰ ਧਿਆਨ ਕਰਦੇ ਕਿ ਮਤਲਬ ਆਪਣਾ ਹੀ ਧਿਆਨ ਕਰਦੇ ਆ। ਭਾਵ ਉਹਨਾਂ ਨੂੰ ਆਪਣਾ ਆਪ ਹੀ ਸਭ ਜਗ੍ਹਾ ਦਿਖਦਾ, ਉਹਨਾਂ ਵਾਸਤੇ ਕੋਈ ਉਹਨਾਂ ਨੂੰ ਥੋੜੀ ਦੱਸਦਾ ਵੀ ਇਹ ਵਿਸ਼ਨੂੰ ਕੌਣ ਤੇ ਮੈਂ ਕੌਣ। ਹਾਂ ਇਹ ਤੇ ਹੈ। ਇਹ ਜਿਹੜੀ ਰਿਕਾਰਡਿੰਗ ਕਰ ਰਹੇ ਆ ਨਾ, ਕਿਤੇ ਆਮ ਬੰਦੇ ਨੂੰ ਨਾ ਸੁਣਾ ਦੇ, ਤੇ ਗਾਲਾਂ ਬਹੁਤ ਪੈਣਗੀਆਂ। ਆਮ ਬੰਦੇ ਤੇ ਸਮਝਣ ਵਾਲੀ ਨਹੀਂ ਹੈਗੀ। ਉਹ ਹਾਂਜੀ। ਲੋਕਾਂ ਦੀ ਹਾਂਜੀ ਮਹਾਰਾਜ ਜੀ। ਹਾਂਜੀ ਹਾਂਜੀ ਠੀਕ ਹੈ ਮਹਾਰਾਜ। ਮਹਾਰਾਜ ਮੈਂ ਕਿਹਾ ਆਮ ਬੰਦਾ ਨਹੀਂ ਨਾ ਸਮਝੇਗਾ ਇਹ। ਹਾਂਜੀ ਹਾਂਜੀ ਮਹਾਰਾਜ। ਹੁਣ ਕਹਿੰਦੇ ਆ ਵੀ ਜਿਹੜਾ ਦੀਵਾ ਨਾ, ਦੀਵੇ ਦੇ ਵਿੱਚ ਬੱਤੀ ਹੁੰਦੀ ਆ, ਤੇਲ ਹੁੰਦਾ ਆ, ਹਾਂਜੀ ਤੇ ਇੱਕ ਜਦੋਂ ਦੀਵਾ ਜਗਦਾ ਤੇ ਪਤੰਗੇ ਆਉਂਦੇ ਉਹਦੇ ਕੋਲ। ਤੇ ਹਾਂਜੀ ਜੇ ਸ਼ਿਵ ਜੀ ਮਹਾਰਾਜ ਕਹਿੰਦੇ ਇੱਕ ਦੀਪਕ ਹੈ, ਤੇ ਉਹਨਾਂ ਦੇ ਵਿੱਚ ਤੇਲ ਕਿਹੜਾ ਆ, ਬੱਤੀ ਕਿਹੜੀ ਆ, ਤੇ ਪਤੰਗਾ ਕਿਹੜਾ ਉਹਨਾਂ ਦੇ ਲਾਗੇ ਆਉਣ ਵਾਲਾ, ਦੱਸਦੇ ਆ। ਹਾਂਜੀ ਪੁਨ ਲੋਲ ਅਨੰਗ ਪਤੰਗ ਮਹਾ। ਲੋਲ ਦਾ ਅਰਥ ਹੁੰਦਾ ਚੰਚਲ, ਅਨੰਗ ਦਾ ਅਰਥ ਹੁੰਦਾ ਕਾਮਦੇਵ। ਪਤੰਗ ਕਹਿੰਦੇ ਮਹਾਨ, ਵੱਡਾ ਇੱਕ ਮਹਾਨ ਪਤੰਗਾ ਕਿਹੜਾ ਆ, ਜੋ ਚੰਚਲ ਕਾਮਦੇਵ ਹੈ, ਇਹ ਹੀ ਮਹਾਨ ਪਤੰਗਾ ਹੈ। ਕਿਉਂਕਿ ਪਤੰਗੇ ਨੂੰ ਸਾੜ ਕੇ ਸਵਾਹ ਕਰਦਾ ਨਹੀਂ ਦੀਪਕ। ਹਾਂਜੀ ਇਸ ਪਤੰਗੇ ਨੂੰ ਕਿਹਨੇ ਸਾੜਿਆ ਸੀ? ਭਗਵਾਨ ਸ਼ਿਵ ਨੇ। ਹਾਂਜੀ ਜੋ ਚੰਚਲ ਕਾਮਦੇਵ ਰੂਪੀ ਪਤੰਗਾ ਹੈ, ਉਸਨੂੰ ਫੂਕਿਆ ਕਿਨੇ? ਭਗਵਾਨ ਸ਼ਿਵ ਨੇ। ਠੀਕ ਹੈ। ਤੇ ਭਗਵਾਨ ਸ਼ਿਵ ਜਿਹੜੇ ਆ ਉਹ ਗਿਆਨ ਪ੍ਰਦੀਪ ਹੈ, ਤੇ ਯੋਗੀਆਂ ਦੇ ਹਿਰਦੇ ਵਿੱਚ ਰਹਿ ਕੇ ਨਿਵਾਸ ਕਰਦੇ ਆ। ਤੇ ਉੱਥੇ ਪਤੰਗਾ ਕਿਹੜਾ ਸੀ? ਜਿਹੜਾ ਚੰਚਲ ਕਾਮਦੇਵ ਸੀ। ਠੀਕ ਹੈ। ਹਾਂਜੀ ਉਹ ਜਦੋਂ ਆਇਆ ਤੇ ਉਹਨੂੰ ਭਸਮ ਕਰਤਾ ਇੱਕ ਛਣ ਦੇ ਵਿੱਚ। ਖਿਣ ਮਾਹੇ ਸੁਭਾਵਕ। ਠੀਕ ਹੈ। ਉਹਨਾਂ ਦਾ ਮਾਰੇ ਕੀ ਅਰਥ ਲਾਉਂਗੇ? ਉਹਨਾਂ ਦਾ ਅਰਥ ਫੇਰ ਦੁਬਾਰਾ ਅੱਗੇ ਵਾਲਾ ਅਰਥ, ਤੇ ਜਿਹੜਾ ਚੰਚਲ ਕਾਮਦੇਵ ਹੈ, ਇਹ ਹੀ ਮਹਾਨ ਉੱਥੇ ਕੀ ਹੈ? ਪਤੰਗਾ ਹੈ। ਤੇ ਖਿਣ ਮਾਹੇ, ਇੱਕ ਖਿਣ ਦੇ ਵਿੱਚ ਕੀ ਕਰਦੇ ਆ? ਸੁਭਾਵ ਕਿ ਉਸਦਾ ਸੁਭਾਅ ਹੀ ਹੈ ਗਿਆਨ ਦੀਪ ਦਾ, ਦੀਪਕ ਦਾ ਸੁਭਾਅ ਆ। ਤੇ ਜਦੋਂ ਉਹਦੀ ਲੋ ਦੇ ਕੋਲ ਆਇਆ ਪਤੰਗਾ, ਤਾਂ ਉਹਨੇ ਖਿਣ ਦੇ ਵਿੱਚ ਉਸਨੂੰ ਭਸਮ ਕਰ ਦੇਣਾ, ਸਾੜ ਦੇਣਾ। ਤੇ ਕਹਿੰਦੇ ਇਹੋ ਹੀ ਸੁਭਾਅ ਆ ਉਸ ਗਿਆਨ ਪ੍ਰਦੀਪ ਦਾ, ਵੀ ਜੋ ਚੰਚਲ ਕਾਮ ਰੂਪ ਪਤੰਗਾ ਹੈ ਨਾ, ਉਸ ਨੂੰ ਨਸ਼ਟ ਕਰਨਾ ਇੱਕ ਛਣ ਦੇ ਵਿੱਚ। ਤੇ ਸਾਰੀਆਂ ਕਾਮਨਾਵਾਂ ਨਸ਼ਟ ਹੁੰਦੀਆਂ ਕਿ ਨਹੀਂ? ਗਿਆਨ ਆਗਨੀ ਦਗਧ ਕਰਮਾਣੀ, ਸਭ ਖਤਮ ਹੋ ਜਾਂਦੇ ਹੈ। ਖਿਣ ਦਾ ਅਰਥ ਹੁੰਦਾ ਇੱਕ ਛਣ ਦੇ ਵਿੱਚ, ਸੁਭਾਅ ਹੀ ਉਹਦਾ ਸੁਭਾਵ ਕੀ ਆ ਵੀ ਜਿਹੜਾ ਉਹਦੇ ਕੋਲ ਆ ਗਿਆ ਉਹਨੇ ਨਸ਼ਟ ਕਰਨਾ ਕਾਮਦੇਵ ਨੂੰ। ਇੱਕ ਖਿਣ ਦੇ ਵਿੱਚ ਸੁਭਾਵਕ ਸਹਿਜ ਸੁਭਾਵ ਹੀ ਉਸ ਕਾਮਦੇਵ ਰੂਪੀ ਪਤੰਗੇ ਨੂੰ ਨਸ਼ਟ ਕਰ ਦਿੱਤਾ ਉਸ ਗਿਆਨ ਰੂਪ ਦੀਪਕ ਨੇ। ਤੇ ਕਹਿੰਦੇ ਵੀ ਉਹਦੇ ਚ ਬੱਤੀ ਕਿਹੜੀ ਹੈ, ਤੇ ਤੇਲ ਕਿਹੜਾ ਆ? ਪਤੰਗਾ ਵੀ ਸਮਝ ਆ ਗਿਆ, ਦੀਵਾ ਵੀ ਸਮਝ ਆ ਗਿਆ, ਬੱਤੀ ਕਿਹੜੀ ਹੈ? ਨਿਹਕਾਮ ਸਮੂਹ ਗੁਣਾਗਰ ਦੇ ਪੈ। ਕਹਿੰਦੇ ਆ ਵੀ ਨਿਹਕਾਮ ਸਮੂਹ, ਸਾਰੀਆਂ ਕਾਮਨਾਵਾਂ ਤੋਂ ਰਹਿਤ। ਠੀਕ ਹੈ। ਨਿਹਕਾਮ ਦਾ ਅਰਥ ਕੀ ਆ? ਨਿਸ਼ਕਾਮ, ਨਿਸ਼ਕਾਮ ਸਮੂਹ। ਜਿਹੜਾ ਕਹਿੰਦੇ ਆ ਵੀ ਸਮੂਹ ਨਿਸ਼ਕਾਮ ਗੁਣਾਂ ਦਾ ਸਮੂਹ ਹੈ, ਉਹਦੇ ਕੋਲ ਝੁੰਡ ਹੈ। ਠੀਕ ਹੈ। ਨਿਸ਼ਕਾਮ ਗੁਣਾਂ ਦਾ ਸਮੂਹ ਕੀ ਹੈ? ਗੁਣ ਦਾ ਅਰਥ ਨਹੀਂ ਗੁਣ, ਗੁਣ ਤੇ ਅਗਰ। ਉਸ ਦੀਵੇ ਦੇ ਅਗਰ ਭਾਗ ਚ ਬੱਤੀ ਹੁੰਦੀ ਹੈ ਕਿ ਨਹੀਂ, ਅੱਗੇ ਕਹਿੰਦੇ ਆ ਵੀ
ਉਹਨਾਂ ਉਸ ਦੀਵੇ ਦੇ, ਇਸ ਗਿਆਨ ਰੂਪ ਦੀਵੇ ਦੇ ਅਗਰ ਭਾਗ 'ਚ ਬੱਤੀ ਕਿਹੜੀ ਹੈ? ਨਿਹਕਾਮ ਸਮੂਹ ਗੁਣ। ਸਮਝ ਗਏ? ਸਮੂਹ ਨਿਸ਼ਕਾਮ ਗੁਣਾ ਰੂਪੀ ਝੁੰਡ ਹੀ ਕੀ ਹੈ? ਬੱਤੀ। ਸਮਝ ਗਏ? ਸਮੂਹ ਨਿਸ਼ਕਾਮ ਗੁਣਾ ਰੂਪੀ ਬੱਤੀ ਪ੍ਰਕਾਸ਼ਿਤ ਕਰ ਰਹੀ ਹੈ। ਤੇ ਤੇਲ ਕਿਹੜਾ? ਸੋ ਸਨੇਹ। ਠੀਕ ਹੈ, ਜੋ ਉਹਨਾਂ ਯੋਗੀਆਂ ਦੇ ਹਿਰਦੇ ਵਿੱਚ ਪ੍ਰੇਮ ਹੈ ਨਾ, ਉਹੀ ਕਹਿੰਦੇ ਤੇਲ ਹੈ। ਸਨੇਹ ਦਾ ਅਰਥ ਕੀ ਹੁੰਦਾ ਵਾ? ਤੇਲ। ਉਹ ਜਿਹੜਾ ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਰੂਪੀ ਤੇਲ ਹੈ ਨਾ, ਵਹੀ ਅਰਪੈ, ਉਹ ਹੀ ਇਸ ਦੀਵੇ ਵਿੱਚ ਪਾਉਂਦੇ ਆ। ਸਮਝ ਗਏ? ਜੀ। ਅਰਪੇ ਭਾਵ ਉਸ ਦੀਵੇ ਵਿੱਚ ਪਾਉਣਾ। ਉਹਨਾਂ ਦੇ ਮਨ 'ਚ ਹੈ ਨਾ, ਉਹ ਉਹਨਾਂ ਦੇ ਮਨ 'ਚ ਹੈ ਕਿ ਨਹੀਂ ਪ੍ਰੇਮ ਰੂਪੀ ਤੇਲ? ਤੇ ਮਨ 'ਚ ਦੀਵਾ ਆ। ਇੱਕ ਸਨੇਹ ਦਾ ਮਾਰੇ ਅਰਥ ਪ੍ਰੇਮ ਤੇ ਇੱਕ ਸਨੇਹ ਦਾ ਅਰਥ ਹਾਂ, ਇੱਕ ਦਾ ਅਰਥ ਹੈ ਤੇਲ, ਦੂਜੇ ਦਾ ਅਰਥ ਵੀ ਤੇਲ ਹੀ ਆ। ਪਰ ਉਹ ਜਿਹੜਾ ਉਹਨਾਂ ਦੇ ਅੰਦਰ ਮਨ ਵਿੱਚ ਪ੍ਰੇਮ ਰੂਪੀ ਤੇਲ ਹੈ ਨਾ, ਉਹੀ ਤੇਲ ਅਰਪੇ, ਉਹੀ ਤੇਲ ਨੂੰ ਉਹ ਇਸ ਦੀਵੇ ਵਿੱਚ ਪਾਉਂਦੇ ਆ। ਜੋ ਵੀ ਲੋਕ ਪਾਉਂਦੇ ਨੇ ਪ੍ਰਭੂ ਜੋਗੀ ਲੋਕ ਪਾਉਂਦੇ ਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਠੀਕ ਹੈ, ਜਿਨ੍ਹਾਂ ਨੇ ਪ੍ਰੇਮ ਰੂਪੀ ਤੇਲ ਪਾ ਕੇ ਤੇ ਸਮੋਹ ਨਿਸ਼ਕਾਮ ਗੁਣਾ ਰੂਪੀ ਬੱਤੀ ਪਾ ਕੇ ਤੇ ਉਹ ਦੀਵਾ ਬਾਲਿਆ ਨਾ, ਉਹਨਾਂ ਨੇ ਕੀ ਕੀਤਾ? ਪ੍ਰਭੂ ਪਾਇਓ, ਉਹ ਗਿਆਨ ਪ੍ਰਦੀਪ ਪ੍ਰਾਪਤ ਕਰ ਲਿਆ, ਜਲਾ ਲਿਆ ਹਿਰਦੇ 'ਚ। ਠੀਕ ਹੈ, ਗਿਆਨ ਰੂਪੀ ਦੀਵਾ ਕਿਹਨੂੰ ਪ੍ਰਾਪਤ ਹੋਇਆ? ਜਿਹਦੇ ਕੋਲ ਪ੍ਰੇਮ ਰੂਪੀ ਤੇਲ ਹੈ ਤੇ ਸਮੂਹ ਨਿਸ਼ਕਾਮ ਗੁਣਾ ਰੂਪੀ ਬੱਤੀ ਹੈ ਤੇ ਮਨ ਰੂਪੀ ਭਾਂਡਾ ਹੈ। ਠੀਕ ਹੈ, ਉਹਨਾਂ ਨੇ ਫਿਰ ਉਹ ਗਿਆਨ ਰੂਪੀ ਦੀਵਾ ਬਾਲ ਲਿਆ। ਠੀਕ ਹੈ, ਠੀਕ। ਅਗਰ ਦਾ ਅਰਥ ਹੈ ਅਗਲੇ ਭਾਗ 'ਚ ਬੱਤੀ। ਬੱਤੀ ਅਗਰ ਮਤਲਬ ਬੱਤੀ। ਹੁਣ ਕਹਿੰਦੇ ਵੀ ਇਹ ਜਿਹੜਾ ਦੀਵਾ ਆ ਨਾ, ਇਹ ਦੀਵਾ ਪ੍ਰਾਪਤ ਕਿਹਨੂੰ ਹੋਇਆ? ਜਿਨ ਕੇ ਅਤ ਭਾਲ ਕੋ ਭਾਲ, ਭਾਗ ਭਲੇ ਹੋਣਾ। ਹੁਣ ਪਾਠ ਕਿਤੇ ਹੋਣੇ ਆਪਣੇ ਕੋਲ ਇੱਕੋ ਜਿਹੇ ਸਾਰੇ ਨਾ। ਐਸਾ ਹੋਊਗਾ ਜਿਨ ਕੇ ਅਤ ਭਾਲ ਕੋ ਮਹਾਰਾਜ ਭਾਗ ਹੀ ਹੈ। ਭਾਗ ਕੋ ਭਾਲ। ਥੱਲੇ ਅਰਥ ਭਾਗ ਲਿਖਿਆ ਹੈ। ਹਾਂ, ਪਹਿਲਾ ਭਾਲ ਦਾ ਲਿਖਿਆ। ਭਾਗ ਭਲੇ ਹੋਊਗਾ ਪਾਠ। ਦੇਖਾਂਗੇ ਕੋਈ ਹੋਰ ਸਰੂਪ 'ਚ। ਮਾਰੇ ਤੇ ਪਾਠ ਉਹੀ ਹੈ ਜਿਹੜਾ ਦੱਸ ਰਹੇ ਨੇ। ਪਾਠ ਤੇ ਉਹੀ ਹੈ ਜਿਨ ਕੇ ਅਤ ਭਾਗ ਕੋ ਅਸਲ ਵਿੱਚ ਇਹ ਸਾਰੇ ਪੁਸਤਕਾਂ ਇੱਕੋ ਹੀ ਹੈ ਨਾ। ਕੋਈ ਹੋਰ ਪੁਸਤਕ ਦੇਖਾਂਗੇ ਉਹਦੇ 'ਚ ਇਹੋ ਹੀ ਆਏਗਾ ਵੀ ਜਿਨ੍ਹਾਂ ਦੇ ਅਤਸੇ ਕਰਕੇ ਭਾਲ ਦਾ ਹੁੰਦਾ ਮੱਥਾ, ਜਿਨ੍ਹਾਂ ਦੇ ਮੱਥੇ ਦੇ ਭਾਗ ਭਲੇ, ਜਿਨ੍ਹਾਂ ਦੇ ਮੱਥੇ ਦੇ ਅਤਸੇ ਕਰਕੇ ਚੰਗੇ ਭਾਗ ਆ ਨਾ। ਅਸ ਦੀਪਕ ਤਾ ਮਨ ਧਾਮ ਜਲੇ, ਐਸਾ ਦੀਪਕ ਗਿਆਨ ਰੂਪੀ ਦੀਪਕ, ਸ਼ਿਵ ਗਿਆਨ ਰੂਪੀ ਦੀਪਕ, ਸ਼ਿਵ ਗਿਆਨ ਰੂਪੀ ਦੀਪਕ ਲੈਣਾ ਜਿੱਥੋਂ ਸ਼ੁਰੂ ਹੋਇਆ ਹੈ। ਐਸਾ ਜੋ ਸ਼ਿਵ ਗਿਆਨ ਰੂਪੀ ਦੀਪਕ ਹੈ, ਉਹ ਕਿਹਨੂੰ ਪ੍ਰਾਪਤ ਹੁੰਦਾ ਆ? ਜਿਨ੍ਹਾਂ ਦੇ ਮੱਥੇ ਦੇ ਅਤਸੇ ਕਰਕੇ ਭਾਗ ਉਜਲਿਆ ਨਾ, ਉਹਨਾਂ ਦੇ ਤਾ ਮਨ ਧਾਮ ਜਲੇ, ਉਹਨਾਂ ਦੇ ਮਨ ਰੂਪੀ ਘਰ ਵਿੱਚ ਐਸਾ ਦੀਵਾ ਜਲਦਾ ਹੈ। ਠੀਕ ਹੈ, ਬਸ ਠੀਕ ਹੈ। ਸਿਰਫ ਭਾਗ ਦੀ ਗੱਲ ਆ। ਭਾਗ ਪਾਠ ਆ ਗਿਆ ਕਿ ਨਹੀਂ? ਦੇਖੋ ਤੁਹਾਡੇ ਕੋਲ ਜਿਨ ਕੇ ਅਤ ਭਾਲ ਕੋ ਭਾਗ ਭਲੇ, ਇੱਥੇ ਹੈ ਨਾ ਤੁਹਾਡੇ ਕੋਲ ਪਾਠ? ਨਹੀਂ ਨਹੀਂ, ਉਹਨਾਂ ਕੋਲ ਮੂਲ ਦੀ, ਉਹਨਾਂ ਕੋਲ ਮੂਲ ਆ ਕੋਈ, ਮੂਲ 'ਚ ਆ। ਅੱਛਾ, ਮੂਲ ਚ। ਹਾਂ, ਮੂਲ 'ਚ ਆ। ਤੇ ਉਹੀ ਹੋ ਗਿਆ ਜਿਨ੍ਹਾਂ ਦੇ ਮੱਥੇ ਦੇ ਅਸੇ ਕਰਕੇ ਉਜਲ ਭਾਗ ਆ, ਸ੍ਰੇਸ਼ਟ ਭਾਗ ਆ, ਉਹਨਾਂ ਦੇ ਮਨ ਰੂਪੀ ਘਰ ਵਿੱਚ ਐਸਾ ਦੀਵਾ ਜਿਹੜਾ ਬਲਦਾ ਹੈ। ਠੀਕ ਹੈ, ਜਿਨ ਭੂਖਨ ਮਾਲ ਮਯੰਕ ਸਹੀ, ਕਲ ਕਾ ਕਲ ਦੂਰ ਕਲੰਕ ਨਹੀਂ। ਉਹ ਕਹਿੰਦੇ ਭਗਵਾਨ ਸ਼ਿਵ ਜਿਹੜੇ ਆ ਨਾ, ਜਿਹੜੇ ਭਗਵਾਨ ਸ਼ਿਵ ਹੈ, ਜਿਨ ਭੂਖਨ ਮਾਲ ਮਾਲ ਆ ਕਿ ਭਾਲ ਆ? ਪਾਠ ਹੁਣ ਤੁਹਾਡੇ ਕੋਲ ਬਾਬਾ ਟਕਸਾਲੀ ਜੀ ਦੂਜਾ ਜਿਹੜਾ ਹੈਗਾ ਉੱਤੇ ਦੇਖੋ ਕੀ ਹੈ।
ਭਾਲ ਦੇਖੋ ਇੱਥੇ ਪਾਠ ਮੈਂ ਕਿਹਾ ਮਾਲ ਹੋਣਾ ਨਹੀਂ ਚਾਹੀਦਾ, ਭਾਲ ਹੋਣਾ ਚਾਹੀਦਾ। ਮੈਂ ਦੇਖਿਆ ਨਹੀਂ ਪਰ ਮੇਰੇ ਅੰਦਰੋਂ ਇਹ ਆਵਾਜ਼ ਆਈ ਹੈ ਵੀ ਨਹੀਂ ਇੱਥੇ ਮਾਲ ਨਹੀਂ, ਇੱਥੇ ਭਾਲ ਹੋਣਾ ਚਾਹੀਦਾ। ਭਾਲ ਕਰਨੀ ਭਾਲ ਦਾ ਅਰਥ ਹੈ ਮੱਥਾ। ਭਗਵਾਨ ਸ਼ਿਵ ਜਿਹੜੇ ਆ ਉਹਨਾਂ ਦੇ ਮੱਥੇ ਦੇ ਉੱਪਰ ਕੀ ਆ? ਮਯੰਕ ਭੂਖਣ, ਚੰਦਰਮਾ ਰੂਪੀ ਭੂਖਣ ਉਹਨਾਂ ਦੇ ਮੱਥੇ ਵਿੱਚ ਸ਼ੋਭਾ ਪਾ ਰਿਹਾ ਹੈ। ਇੱਥੇ ਮੱਥੇ ਉਹਨਾਂ ਚੰਦਰਮਾ ਹੈ ਕਿ ਨਹੀਂ ਦੂਜ ਦਾ, ਜਿਨਕੇ ਭਾਲ, ਉਹਨਾਂ ਦੇ ਭਾਲ ਭਾਵ ਮੱਥੇ ਦੇ ਵਿੱਚ ਜਿਹੜਾ ਮਯੰਕ ਰੂਪੀ ਭੂਖਣ ਸ਼ੋਭ ਰਿਹਾ ਹੈ, ਚੰਦਰਮਾ ਰੂਪੀ ਦੂਜ ਦਾ ਚੰਦਰਮਾ ਜਿਹੜਾ ਉਹਨਾਂ ਦੇ ਮੱਥੇ 'ਚ ਸ਼ੋਭਾ ਪਾ ਰਿਹਾ। ਤੇ ਕਲ ਕਾ ਕਲ ਦੂਰ ਕਲੰਕ ਨਹੀਂ, ਕਲਯੁਗ ਦਾ ਸਮਝ ਕੇ, ਕਲ ਭਾਵ ਕਲਯੁਗ ਦਾ। ਸਹੀ ਦਾ ਅਰਥ ਤਾਂ ਸਹੀ ਹੁੰਦਾ ਆ, ਇਹ ਬਿਲਕੁਲ ਬਾਤ ਕਹਿੰਦੇ ਸਹੀ ਹੈ, ਠੀਕ ਹੈ। ਜਾਂ ਸਹੀ ਦਾ ਅਰਥ ਸ਼ੋਭਾ ਪਾ ਰਿਹਾ। ਮਾਲ ਨੂੰ ਭਾਲ ਕਰਦੇ ਜੀ। ਹਾਂ, ਉਹਨਾਂ ਦੇ ਮੱਥੇ ਦੇ ਵਿੱਚ ਜਿਹੜਾ ਨਾ ਚੰਦਰਮਾ ਰੂਪੀ ਭੂਖਣ ਜਿਹੜਾ ਸ਼ੋਭਾ ਪਾ ਰਿਹਾ। ਔਰ ਕਿਹੋ ਜਿਹਾ ਹੈ ਉਹ, ਕਿਹੋ ਜਿਹਾ ਚੰਦਰਮਾ ਹੈ ਉਹ? ਕਲੰਕ ਨਹੀਂ, ਜਿਹਨੂੰ ਕੋਈ ਕਲੰਕ ਨਹੀਂ। ਵੈਸੇ ਚੰਦਰਮਾ ਕੀ ਹੈ? ਕਲੰਕੀ ਹੈ ਕਿ ਨਹੀਂ? ਪਰ ਉਹ ਜਿਹੜਾ ਚੰਦਰਮਾ ਉਹਨਾਂ ਦੇ ਮੱਥੇ 'ਚ ਆ, ਉਹਨੂੰ ਕੀ ਆ? ਕਲੰਕ ਨਹੀਂ। ਕਲ ਕਾ ਕਲ, ਕਲਯੁਗ ਦਾ ਕਲਪਨਾ ਰੂਪੀ ਕਲੰਕ ਨਹੀਂ ਹੈ, ਠੀਕ ਹੈ। ਕਲਯੁਗ ਦਾ ਕਲਪਨਾ ਰੂਪੀ ਕਲੰਕ ਨਹੀਂ ਹੈ, ਇਹ ਵੀ ਅਰਥ ਹੈ। ਤੇ ਵੈਸੇ ਵੀ ਹੈ ਕਿ ਉਹ ਦੂਜ ਦਾ ਚੰਦਰਮਾ ਜਿਹੜਾ ਹੁੰਦਾ ਉਹ ਕਲੰਕ ਰਹਿਤ ਹੁੰਦਾ ਆ, ਠੀਕ ਹੈ। ਤਾਂ ਕਰਕੇ ਹੀ ਸਿਰ ਤੇ ਧਾਰਨ ਕੀਤਾ ਉਹਨਾਂ ਨੇ, ਤੇ ਕਰਦੇ ਹੀ ਨਾ, ਸਮਝ ਗਏ? ਇਹ ਵੀ ਅਰਥ ਹੈ, ਉਹ ਵੀ ਅਰਥ ਹੈ, ਦੋਨੋਂ ਲੱਗਣਗੇ। ਕੋਈ ਵੀ ਉਹ ਚੰਦਰਮਾ ਰੂਪੀ ਜਿਹੜਾ ਗਹਿਣਾ ਆ ਕਲੰਕ ਰਹਿਤ ਹੈ, ਠੀਕ ਹੈ। ਇੱਥੇ ਦੇ ਇਹੋ ਹੀ ਆ, ਕਲਯੁਗ ਦਾ ਕਲਪਨਾ ਰੂਪੀ, ਕਲਪਨਾ ਕਾਦੀ? ਪ੍ਰਪੰਚ ਦੀ, ਠੀਕ ਹੈ। ਜਾਂ ਕਲ ਦਾ ਅਰਥ ਕਲਾ ਵੀ ਹੁੰਦਾ, ਕਲਾ। ਮਤਲਬ ਫਿਰ ਦੂਰ ਦੂਰ ਦੂਸਰੀਆਂ ਜਿਹੜੀਆਂ ਕਲਾ ਆ ਨਾ, ਦੂਜ ਤੋਂ ਬਾਅਦ ਤੀਸਰੀ ਚੌਥੀ ਪੰਜਵੀਂ, ਉਹਨਾਂ 'ਚ ਕਲੰਕ ਹੁੰਦਾ ਆ, ਸਮਝ ਗਏ? ਪਰ ਉਹ ਜਿਹੜੀ ਕਲਾ ਨਾ ਦੂਜ ਦੀ, ਉਹਦੇ 'ਚ ਨਹੀਂ ਹੈ। ਚੰਦਰਮਾ ਨੇ ਕਿਹਾ ਸੀ ਮੈਨੂੰ ਧਾਰਨ ਕਰ ਲੋ, ਮੇਰਾ ਜਿਹੜਾ ਕਲੰਕ ਹੈ ਲੈ ਜਾਏਗਾ, ਸਮਝ ਗਏ? ਚੰਦਰਮਾ ਨੇ ਕਿਹਾ ਸੀ ਭਗਵਾਨ ਸ਼ਿਵ ਨੂੰ, ਉਹ ਗਿਆ ਸੀ ਉਹਨਾਂ ਦੀ, ਜਦੋਂ ਕਲੰਕ ਲੱਗ ਗਿਆ ਵੀ ਮੈਨੂੰ ਕਿਰਪਾ ਕਰ ਦੋ ਮੇਰੇ ਤੇ, ਹੈ। ਉਹਨਾਂ ਨੇ ਕਿਹਾ ਵੀ ਤੈਨੂੰ ਦੂਜ ਵਾਲਾ ਮੇਰੇ ਕੋਲ ਆ ਜਾ, ਬਾਕੀ ਨਹੀਂ। ਦੂਰ ਜਣ ਦਾ ਮਾਰਾ ਮਤਲਬ ਯਾਨੀ ਦੁਤੀਆ ਵਾਲਾ ਜਿਹੜਾ ਚੰਦਰਮਾ ਨਾ, ਉਹਦੇ ਵਿੱਚ ਨਹੀਂ ਹੈ ਕਲੰਕ, ਉਸ ਤੋਂ ਬਾਅਦ ਕਲੰਕ ਹੈ ਨਾ, ਅੱਗੇ ਜਾ ਕੇ ਕਲੰਕ ਹੁੰਦਾ ਨਾ, ਸਮਝ ਗਏ? ਉਹਨਾਂ ਤਾਂ ਹੀ ਧਾਰਨ ਕੀਤਾ, ਉਹ ਵੀ ਸ਼ਿਵ ਹੈ, ਐਸੇ ਥੋੜੀ ਹੈ ਤੇ ਚੱਕ ਕੇ ਮੱਥੇ ਤੇ ਬਿਠਾ ਲਿਆ ਉਹਨੂੰ। ਹਾਂ, ਹਾਂਜੀ। ਉਹ ਜਿਹੜਾ ਉਹ ਜਿਹਦੇ ਲੋਕ ਦਰਸ਼ਨ ਕਰਦੇ ਆ, ਸਮਝ ਗਏ? ਜਿਹਦਾ ਆਪਾਂ ਦਰਸ਼ਨ ਕਰਦੇ ਨਹੀਂ ਆ, ਉਹ ਕਿਹੜਾ ਹੁੰਦਾ ਆ? ਜਿਹੜਾ ਆਪਾਂ ਦਰਸ਼ਨ ਕਰਦੇ ਆ ਮੱਸਿਆ ਤੋਂ ਅਗਲੇ ਦਿਨ ਕਰਦੇ ਆ ਕਿ ਨਹੀਂ? ਮੱਸਿਆ ਤੋਂ ਅਗਲੇ ਦਿਨ ਕਿਹਦੇ ਦਰਸ਼ਨ ਕਰਦੇ ਆ ਆਪਾਂ? ਦੁਤੀਆ ਵਾਲੇ ਚੰਦਰਮਾ ਦੇ, ਉਹ ਆ ਉਹਨਾਂ ਦੇ ਮੱਥੇ 'ਚ। ਕਿਉਂ ਦਰਸ਼ਨ ਕਰਦੇ ਆ ਲੋਕ? ਇਸੇ ਕਰਕੇ ਕਰਦੇ। ਹਾਂ ਨਾ, ਦੁਤੀਆ ਵਾਲਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਥੇਦਾਰ ਜੀ, ਮਹਾਰਾਜ ਹਾਂਜੀ ਹਾਂਜੀ ਮਹਾਰਾਜ ਜੀ। ਠੀਕ ਠਾਕ ਹੈ ਮਹਾਰਾਜ ਜੀ?